ਡੰਡੌਤ ਬੰਦਨ ਅਨਕ ਬਾਰ, ਸਰਬ ਕਲਾ ਸਮਰੱਥ। ਡੋਲਣ ਤੇ ਰਾਖੋ ਪ੍ਰਭੂ, ਨਾਨਕ ਦੇ ਕਰ ਹੱਥ। ਡੋਲਣ ਤੇ ਰਾਖੋ ਪ੍ਰਭੂ, ਨਾਨਕ ਦੇ ਕਰ ਹੱਥ। ਸੋ ਕਹੋ ਟਲ ਗੁਰ ਸੇਵੀਐ, ਅਹਨਿਸ ਸਹਿਜ ਸੁਭਾਏ। ਦਰਸ਼ਨ ਪਰਸੈ ਗੁਰੂ ਕੈ, ਜਨਮ ਮਰਨ ਦੁਖ ਜਾਏ। ਹੋਵੈ ਸਿਫਤ ਖਸਮ ਦੀ, ਨੂਰ ਅਰਸੋਂ ਕੁਰਸੋਂ ਝਟੀਐ। ਤੁਧ ਡਿਠੇ ਸੱਚੇ ਪਾਤਸ਼ਾਹ, ਮਲ ਜਨਮ ਜਨਮ ਦੀ ਕੱਟੀਐ। ਸੱਜਣ ਸੱਚਾ ਪਾਤਸ਼ਾਹ, ਸਿਰ ਸਾਹਾਂ ਦੇ ਸਾਹੋ। ਜਿਸ ਪਾਸ ਬੈਠਿਆਂ ਸੋਹੀਐ, ਸਭਨਾ ਦਾ ਵੇਸਾਹੋ। ਸਤਿਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਗੌੜੀ ਮਹੱਲਾ ਨਾਵਾਂ। ਸਾਧੋ ਗੋਬਿੰਦ ਕੇ ਗੁਣ ਗਾਵੋ, ਮਾਨਸ ਜਨਮ ਅਮੋਲਕ ਪਾਇਓ। ਬਿਰਥਾ ਕਾਹੇ ਗਵਾਵੋ, ਸਾਧੋ ਗੋਬਿੰਦ ਕੀ ਗੁਣ ਗਾਵੋ। ਮਾਨਸ ਜਨਮ ਅਮੋਲਕ ਪਾਇਓ, ਬਿਰਥਾ ਕਾਹੇ ਗਵਾਵੋ। ਰਹਾਉ ਪਤਿਤ ਪੁਨੀਤ ਦੀਨ ਬੰਧ ਹਰ, ਸਰਨ ਤਾਹੇ ਤੁਮ ਆਵੋ। ਗਜ ਕੋ ਤਰਾਸ ਮਿਟਿਓ ਜਿਹ ਸਿਮਰਤ, ਤੁਮ ਕਾਹੇ ਬਿਸਰਾਵੋ। ਤਜ ਅਭਿਮਾਨ ਮੋਹ ਮਾਇਆ ਫੁਨ, ਭਜਨ ਰਾਮ ਚਿਤ ਲਾਵੋ। ਨਾਨਕ ਕਹਿਤ ਮੁਕਤ ਪੰਥ ਇਹੋ, ਗੁਰਮੁਖ ਹੋਏ ਤੁਮ ਪਾਵੋ। ਤਜ ਅਭਿਮਾਨ ਮੋਹ ਮਾਇਆ ਫੁਨ, ਭਜਨ ਰਾਮ ਚਿਤ ਲਾਵੋ। ਨਾਨਕ ਕਹਿਤ ਮੁਕਤ ਪੰਥ ਇਹੋ, ਗੁਰਮੁਖ ਹੋਏ ਤੁਮ ਪਾਵੋ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਗੁਰੂ ਰੂਪ ਗੁਰੂ ਖਾਲਸਾ ਸਾਧ ਸੰਗਤ ਜੀਓ, ਸਤਿਗੁਰਾਂ ਜੀ ਦੀ ਅਪਾਰ ਬਖਸ਼ਿਸ਼ ਦੇ ਸਦਕਾ ਜੋ ਧੰਨ ਗੁਰੂ ਤੇਗ ਬਹਾਦਰ ਮਹਾਰਾਜ ਜੀ ਦੇ ਪਾਵਨ ਬਚਨਾਂ ਦੀ ਲੜੀਵਾਰ ਕਥਾ ਆਪਾਂ ਪ੍ਰਾਰੰਭ ਕੀਤੀ। ਅੱਜ ਜਿਸ ਸ਼ਬਦ ਦੀ ਵਿਚਾਰ ਆਪਾਂ ਕਰਨੀ ਹੈ, ਧੰਨ ਗੁਰੂ ਤੇਗ ਬਹਾਦਰ ਮਹਾਰਾਜ ਜੀ ਨੇ ਰਹਿਮਤ ਦੇ ਘਰ ਵਿੱਚ ਆ ਕੇ ਜੋ ਇਸ ਸ਼ਬਦ ਦੇ ਰਹਾਉ ਦੀ ਤੁਕ ਬਖਸ਼ੀ ਹੈ। ਮਹਾਰਾਜ ਜੀ ਦਾ ਫਰਮਾਨ ਹੈ, ਸਾਧੂ ਗੋਬਿੰਦ ਕੀ ਗੁਣ ਗਾਵੋ। ਮਹਾਰਾਜ ਕਹਿੰਦੇ, ਹੈ ਸੰਤ ਜਨੋ, ਉਸ ਪਰਮਾਤਮਾ ਦੇ ਗੁਣ ਗਾਉਣੇ ਕਰੋ, ਵਾਹਿਗੁਰੂ ਜੀ ਦੇ ਗੁਣ ਗਾਓ, ਸਦਾ ਗਾਓ। ਮਾਨਸ ਜਨਮ ਅਮੋਲਕ ਪਾਇਓ, ਬਿਰਥਾ ਕਾਹੇ ਗਵਾਵੋ। ਮਹਾਰਾਜ ਕਹਿੰਦੇ, ਜਿਹੜਾ ਇਹ ਮਨੁੱਖਾ ਜਨਮ ਹੈ, ਇਹ ਅਮੋਲਕ ਹੈ, ਅਨਮੁੱਲਾ ਹੈ, ਬਹੁਤ ਕੀਮਤੀ ਹੈ। ਇਸ ਨੂੰ ਤੁਸੀਂ ਬਿਰਥਾ ਕਿਉਂ ਗਵਾ ਰਹੇ ਹੋ? ਤੋ ਇਹ ਜਿਹੜਾ ਭਾਵ ਅਰਥ ਅੱਜ ਦੀ ਵਿਚਾਰ ਦੇ ਵਿੱਚ ਆਪਾਂ ਸਾਂਝਾ ਕਰਨਾ ਹੈ ਸਾਧ ਸੰਗਤ। ਆਓ ਜਿੰਨੇ ਵੀ ਸਰੀਰ ਆਪਾਂ ਜੁੜ ਬੈਠੇ ਹਾਂ,
ਸੁਰਤ ਨੂੰ ਸਤਿਗੁਰਾਂ ਦੇ ਚਰਨਾਂ ਦੇ ਵਿੱਚ ਜੋੜੀਏ ਔਰ ਸਾਰੇ ਇੱਕ ਵਾਰ ਫੇਰ ਫਤਿਹ ਦੇ ਵਿੱਚ ਹਾਜ਼ਰੀ ਭਰੀਏ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਅੱਜ ਜੋ ਬਚਨ ਸਤਿਗੁਰਾਂ ਨੇ ਬਖਸ਼ਿਸ਼ ਕੀਤਾ ਹੈ ਸਤ ਸੰਗਤ, ਇਸ ਦੇ ਵਿੱਚ ਆਪਾਂ 3 ਨੁਕਤੇ ਸਮਝਣੇ ਨੇ, ਜਿਨ੍ਹਾਂ 3 ਨੁਕਤਿਆਂ ਦਾ ਜ਼ਿਕਰ ਸਤਿਗੁਰੂ ਗੁਰੂ ਤੇਗ ਬਹਾਦਰ ਮਹਾਰਾਜ ਜੀ ਨੇ ਕੀਤਾ। ਪਹਿਲੀ ਗੱਲ, ਮਹਾਰਾਜ ਕਹਿੰਦੇ ਨੇ ਮਾਨਸ ਜਨਮ ਅਮੋਲਕ ਪਾਇਓ। ਪਹਿਲਾ ਨੁਕਤਾ ਆਪਾਂ ਇਹ ਸਮਝਣਾ ਹੈ ਵੀ ਜਿਹੜਾ ਇਹ ਮਨੁੱਖਾ ਜਨਮ ਹੈ ਇਹ ਬੜਾ ਅਮੋਲਕ ਹੈ, ਬੜਾ ਕੀਮਤੀ ਹੈ। ਦੂਸਰੀ ਗੱਲ ਆਪਾਂ ਸਮਝਣੀ ਆ, ਬਿਰਥਾ ਕਾਹੇ ਗਵਾਵੋ, ਕਿ ਬਹੁਤੇ ਜਿਹੜੇ ਲੋਕ ਨੇ, ਜ਼ਿਆਦਾਤਰ ਬਹੁਤਾਤ ਲੋਕ ਇਸ ਅਮੋਲਕ ਜਨਮ ਨੂੰ ਵਿਅਰਥ ਗਵਾ ਰਹੇ ਨੇ। ਕਿਵੇਂ ਵਿਅਰਥ ਗਵਾ ਰਹੇ ਨੇ? ਉਹ ਕੀ ਕਰਦੇ ਨੇ? ਇਹ ਜਨਮ ਵਿਅਰਥ ਕਿਵੇਂ ਜਾਂਦਾ ਹੈ? ਇਹ ਦੂਜਾ ਨੁਕਤਾ ਆਪਾਂ ਵਿਚਾਰਨਾ ਹੈ। ਔਰ ਤੀਜੀ ਗੱਲ ਫਿਰ ਆਪਾਂ ਇਹ ਵਿਚਾਰਨੀ ਆ ਵੀ ਇਹ ਮਨੁੱਖਾ ਜਨਮ ਵਿਅਰਥ ਨਾ ਜਾਵੇ, ਇਸ ਲਈ ਸਾਨੂੰ ਕੀ ਕਰਨਾ ਚਾਹੀਦਾ ਹੈ? ਉਹ ਕਿਹੜਾ ਕਾਰਜ ਕਰੀਏ ਜਿਹੜੇ ਕਾਰਜ ਕਰਨ ਦੇ ਨਾਲ ਸਾਡਾ ਮਨੁੱਖਾ ਜਨਮ ਸਫਲਾ ਹੋ ਜਾਵੇ, ਵਿਅਰਥ ਨਾ ਜਾਵੇ। ਤੋ ਸਭ ਤੋਂ ਪਹਿਲਾ ਨੁਕਤਾ ਇਹ ਸਾਧ ਸੰਗਤ ਕਿ ਮਾਨਸ ਜਨਮ ਅਮੋਲਕ ਪਾਇਓ। ਸਤਿਗੁਰੂ ਜੀ ਕਹਿੰਦੇ ਵੀ ਇਹ ਮਨੁੱਖਾ ਜਨਮ ਬੜਾ ਅਣਮੁੱਲਾ ਹੈ। ਰਹਿਰਾਸ ਸਾਹਿਬ ਦੇ ਵਿੱਚ ਆਪਾਂ ਰੋਜ਼ ਇੱਕ ਬਚਨ ਪੜ੍ਹਦੇ ਹਾਂ, ਭਈ ਪ੍ਰਾਪਤ ਮਾਨੁਖ ਦੇ ਹੁਰੀਆ, ਗੋਬਿੰਦ ਮਿਲਣ ਕੀ ਇਹ ਤੇਰੀ ਬੜੀ ਬਰੀਆ। ਆਪਾਂ ਰੋਜ਼ ਇਹ ਬਚਨ ਪੜ੍ਹਦੇ ਹਾਂ। ਸਤਿਗੁਰੂ ਜੀ ਕਹਿੰਦੇ ਬੜੇ ਭਾਗਾਂ ਤੇ ਕਰਮਾਂ ਦੇ ਸਦਕਾ ਤੈਨੂੰ ਇਹ ਮਨੁੱਖਾ ਜਨਮ ਮਿਲਿਆ, ਭਈ ਪ੍ਰਾਪਤ ਮਾਨੁਖ ਦੇ ਹੁਰੀਆ। ਕਿਉਂਕਿ ਇਹ ਗੱਲ ਚੰਗੀ ਤਰ੍ਹਾਂ ਆਪਾਂ ਸਮਝ ਲਈਏ ਸਾਧ ਸੰਗਤ, ਕੋਈ ਵੀ ਚੀਜ਼ ਅਮੋਲਕ ਪਤਾ ਕਿਉਂ ਹੁੰਦੀ ਹੈ? ਉਹਦੇ ਕਾਰਨ ਹੁੰਦੇ ਨੇ। ਅਮੋਲਕ ਹੋਣ ਦੇ ਬੜੇ ਕਾਰਨ ਹੁੰਦੇ ਨੇ। ਸਭ ਤੋਂ ਪਹਿਲਾ ਕਾਰਨ ਕਿਸੇ ਵੀ ਚੀਜ਼ ਦੇ ਅਮੋਲਕ ਹੋਣ ਦਾ ਇਹ ਹੁੰਦਾ ਹੈ ਵੀ ਉਹ ਛੇਤੀ ਕਿਤਿਆਂ ਲੱਭਦੀ ਨਹੀਂ, ਬੜੀ ਟਾਵੀਂ ਤੇ ਵਿਰਲੀ ਲੱਭਦੀ, ਬੜੀ ਮੁਸ਼ਕਲ ਨਾਲ ਲੱਭਦੀ ਆ। ਜਿਹੜੀ ਚੀਜ਼ ਬੜੀ ਮੁਸ਼ਕਲ ਦੇ ਨਾਲ ਮਿਲੇ, ਬੜੀ ਔਖੀ ਲੱਭੇ, ਉਹਨੂੰ ਆਪਾਂ ਅਮੋਲਕ ਜਾਂ ਦੁਰਲੱਭ ਵੀ ਕਹਿ ਦਿੰਦੇ ਆ। ਦੂਸਰੀ ਗੱਲ, ਉਹ ਚੀਜ਼ ਨੂੰ ਅਮੋਲਕ ਕਿਹਾ ਜਾਂਦਾ ਹੈ ਜਿਸ ਦੇ ਵਿੱਚ ਵਿਸ਼ੇਸ਼ਤਾ ਦੂਜੀਆਂ ਵਸਤੂਆਂ ਨਾਲੋਂ ਜ਼ਿਆਦੀ ਹੋਵੇ, ਜਿਹਦੀ ਖਾਸੀਅਤ, ਜਿਹਦੇ ਅੰਦਰ ਗੁਣ, ਜਿਹਦੀ ਸਮਰੱਥਾ ਦੂਜਿਆਂ ਨਾਲੋਂ ਜ਼ਿਆਦੀ ਹੋਵੇ, ਉਹਨੂੰ ਵੀ ਆਪਾਂ ਅਮੋਲਕ ਕਹਿ ਦਿੰਦੇ ਆ। ਜਿਵੇਂ ਹੁਣ ਚੰਦਨ ਦਾ ਬੂਟਾ ਹੈ ਸਤ ਸੰਗਤ, ਇਹ ਦੂਜਿਆਂ ਨਾਲੋਂ ਅਮੋਲਕ ਹੈ, ਦੂਜੇ ਬੂਟਿਆਂ ਨਾਲੋਂ ਅਮੋਲਕ ਹੈ। ਕਿਉਂ ਅਮੋਲਕ ਹੈ? ਕਿਉਂਕਿ ਇੱਕ ਤਾਂ ਇਸ ਕੁਦਰਤ ਦੇ ਵਿੱਚ ਲੱਭਦਾ ਵਿਰਲਾ ਹੈ, ਹਰ ਥਾਂ ਤੇ ਚੰਦਨ ਦਾ ਬੂਟਾ ਨਹੀਂ ਮਿਲਦਾ, ਟਾਵਾਂ ਕਿਤੇ ਕਿਤੇ ਮਿਲੇਗਾ। ਇਹ ਚੰਦਨ ਦਾ ਬੂਟਾ ਇਸ ਕਰਕੇ ਅਮੋਲਕ ਹੈ ਕਿਉਂਕਿ ਦੂਜੀਆਂ ਝਾੜੀ ਬੂਟੀਆਂ ਤਾਂ ਬਹੁਤ ਮਿਲ ਜਾਣਗੀਆਂ, ਪਰ ਚੰਦਨ ਦਾ ਬੂਟਾ ਵਿਰਲਾ ਲੱਭਦਾ, ਛੇਤੀ ਲੱਭਦਾ ਨਹੀਂ, ਇਸ ਕਰਕੇ ਅਮੋਲਕ ਹੈ। ਤੇ ਦੂਸਰੀ ਗੱਲ, ਇਹ ਚੰਦਨ ਦਾ ਜਿਹੜਾ ਬੂਟਾ ਹੈ ਦੂਜੇ ਬੂਟਿਆਂ ਨਾਲੋਂ ਖਾਸ ਹੈ ਕਿਉਂਕਿ ਇਹਦੀ ਸੁਗੰਧੀ ਇੰਨੀ ਹੈ, ਜਿਹੜਾ ਵੀ ਬੂਟਾ ਇਸ ਚੰਦਨ ਦੇ ਕੋਲ ਉੱਗਿਆ ਹੋਵੇ ਉਹਨੂੰ ਖੁਸ਼ਬੂਦਾਰ ਕਰ ਦਿੰਦਾ ਹੈ। ਇਸ ਕਰਕੇ ਇਹ ਚੰਦਨ ਦਾ ਬੂਟਾ ਜਿਹੜਾ ਹੈ ਇਹ ਵਿਸ਼ੇਸ਼ ਹੈ, ਇਹ ਖਾਸ ਹੈ। ਹੁਣ ਗੱਲ ਕਰੀਏ ਮਨੁੱਖਾ ਦੇਹੀ ਦੀ। ਪਹਿਲੀ ਗੱਲ, ਇਹ ਮਨੁੱਖਾ ਦੇਹੀ ਸੌਖੀ ਨਹੀਂ ਮਿਲਦੀ। ਗੁਰਬਾਣੀ ਦੇ ਵਿੱਚ ਬੜੇ ਬਚਨ ਆਉਂਦੇ ਨੇ। ਮਹਾਰਾਜ ਕਹਿੰਦੇ ਕੇਤੇ ਰੁੱਖ ਬਿਰਖ ਹਮ ਚੀਨੇ, ਕੇਤੇ ਪਸ਼ੂ ਉਪਾਏ, ਕੇਤੇ ਨਾਗ ਕੁੱਲੀ ਮਹਿਆਏ, ਕੇਤੇ ਪੰਖ ਉਡਾਏ। ਜਾਂ ਮਹਾਰਾਜ ਬਚਨ ਕਰਦੇ ਨੇ ਕਈ ਜਨਮ ਭਏ ਕੀਟ ਪਤੰਗਾ। ਇਹ ਮਨੁੱਖਾ ਜਨਮ ਸੌਖਾ ਨਹੀਂ ਮਿਲਿਆ। ਮਹਾਰਾਜ ਕਹਿੰਦੇ ਹੋ ਆਇਆ ਦੂਰੋਂ ਚੱਲ ਕੇ, ਪਤਾ ਨਹੀਂ ਕਿੰਨਾ ਸਫ਼ਰ ਤੈਅ ਕਰਕੇ ਆਇਆ ਹਾਂ ਮੈਂ। ਇਹ ਮਨੁੱਖਾ ਜਨਮ ਜਿਹੜਾ ਹੈ, ਇਹ ਜਿਹੜਾ ਜੀਵ ਹੈ, ਆਖਰ ਇਹਨੂੰ ਮਨੁੱਖਾ ਜਨਮ ਮਿਲ ਗਿਆ ਪਰ ਸੌਖਾ ਨਹੀਂ ਮਿਲਿਆ, ਇਹਨੇ ਬੜਾ ਸਫ਼ਰ ਤੈਅ ਕੀਤਾ ਹੈ। ਕਦੀ ਇਹ ਘੋੜਿਆਂ ਦੀ ਜੂਨ ਵਿੱਚ ਰਿਹਾ, ਕਦੀ ਹਾਥੀ ਦੀ ਜੂਨ 'ਚ ਰਿਹਾ, ਕਦੀ ਰੁੱਖਾਂ ਦੀ ਜੂਨ ਵਿੱਚ ਰਿਹਾ, ਕਦੀ ਕੀੜਿਆਂ ਦੀ ਜੂਨ ਵਿੱਚ ਰਿਹਾ। ਇਹ ਸਤਿਗੁਰੂ ਜੀ ਬਚਨ ਕਰ ਰਹੇ ਨੇ। ਮਹਾਰਾਜ ਕਹਿੰਦੇ ਕਈ ਜਨਮ ਭਏ ਕੀਟ ਪਤੰਗਾ, ਕਈ ਜਨਮ ਗੱਜ ਮੀਨ ਕੁਰੰਗਾ, ਕਈ ਜਨਮ ਪੰਖੀ ਸਰਪ ਹੋਇਓ, ਕਈ ਜਨਮ ਹੈਵਰ ਬ੍ਰਿਖ ਜੋਇਓ। ਮਹਾਰਾਜ ਕਹਿੰਦੇ ਇੰਨਾ ਸਫ਼ਰ ਕੀਤਾ, ਇੰਨੀਆਂ ਜੂਨਾਂ ਦੀ ਭਟਕਣਾ ਤੋਂ ਬਾਅਦ 1,84 ਹੀ ਭ੍ਰਮ ਤੇ ਦੁਲੱਭ ਜਨਮ ਅਬ ਪਾਇਓ। ਅਨੇਕਾਂ ਹੀ ਜੂਨਾਂ ਦੇ ਵਿੱਚ ਭੜਕਣ ਤੋਂ ਬਾਅਦ ਆਖਰ ਇਹਨੂੰ ਮਨੁੱਖਾ ਜਨਮ ਮਿਲਿਆ ਹੈ। ਸੌਖਾ ਨਹੀਂ ਮਿਲਿਆ, ਬੜਾ ਔਖਾ ਮਿਲਿਆ ਹੈ। ਇਸ ਕਰਕੇ ਮਹਾਰਾਜ ਕਹਿੰਦੇ ਇਹ ਅਮੋਲਕ ਹੈ। ਕਈ ਜਨਮ ਭਏ ਕੀਟ ਪਤੰਗਾ, ਕਈ ਜਨਮ ਗੱਜ ਮੀਨ ਕੁਰੰਗਾ,
ਕਈ ਜਨਮ ਪੰਖੀ ਸਰਪ ਹੋਇਓ, ਕਈ ਜਨਮ ਹੈਵਰ ਬ੍ਰਿਖ ਜੋਇਓ। ਤੇ ਸਤਿਗੁਰੂ ਜੀ ਕਹਿੰਦੇ ਮਿਲ ਜਗਦੀਸ਼ ਮਿਲਣ ਕੀ ਬਰੀਆ, ਚਿਰੰਕਾਲ ਇਹ ਦੇਹ ਸੰਜਰੀਆ। ਚਿਰਾਂ ਤੋਂ ਬਾਅਦ ਇਹ ਮਨੁੱਖਾ ਦੇਹੀ ਮਿਲੀ। ਚਿਰੰਕਾਲ ਸ਼ਬਦ ਵਰਤਿਆ, ਚਿਰਾਂ ਤੋਂ ਬਾਅਦ, ਚਿਰੰਕਾਲ ਇਹ ਦੇਹ ਸੰਜਰੀਆ। ਮਿਲ ਜਗਦੀਸ਼ ਮਿਲਣ ਕੀ ਬਰੀਆ, ਚਿਰੰਕਾਲ ਇਹ ਦੇਹ ਸੰਜਰੀਆ। ਜਾਂ ਮਹਾਰਾਜ ਦਾ ਇੱਕ ਹੋਰ ਫੁਰਮਾਨ ਆਉਂਦਾ ਹੈ, ਗੁਰ ਸੇਵਾ ਤੇ ਭਗਤ ਕਮਾਈ, ਤਬ ਇਹ ਮਾਨਸ ਦੇਹੀ ਪਾਈ, ਇਸ ਦੇਹੀ ਕੋ ਸਿਮਰਹਿ ਦੇਵ। ਇਹ ਮਨੁੱਖਾ ਜਨਮ ਇੰਨਾ ਅਮੋਲਕ ਹੈ ਵੀ ਸੌਖਿਆ ਨਹੀਂ ਲੱਭਦਾ। ਮਹਾਰਾਜ ਕਹਿੰਦੇ ਇਸ ਦੇਹੀ ਨੂੰ ਤਾਂ ਦੇਵਤੇ ਵੀ ਸਿਮਰਦੇ ਪਏ ਨੇ। ਇਹਦੇ ਅਰਥ ਵੀ ਚਲੋ ਦੋ ਢੰਗ ਨਾਲ ਕਰ ਸਕਦੇ ਹਾਂ ਆਪਾਂ। ਇੱਕ ਅਰਥ ਇਹਦੇ ਵਿਦਵਾਨਾਂ ਨੇ ਇਹ ਵੀ ਕੀਤੇ ਨੇ ਵੀ ਜਿਹੜੇ ਕਈ ਰੂਹਾਂ ਨੇ, ਚੰਗੀਆਂ ਵੀ ਨੇ, ਉਹ ਦੇਵਤੇ ਰੂਪ ਰੂਹਾਂ ਨੇ, ਉਹ ਵੀ ਤਰਸਦੀਆਂ ਨੇ ਵੀ ਸਾਨੂੰ ਇਹ ਮਨੁੱਖਾ ਜਨਮ ਮਿਲੇ ਤਾਂ ਕਿ ਇਸ ਜਨਮ ਵਿੱਚ ਆ ਕੇ ਅਸੀਂ ਆਪਣਾ ਮਨੋਰਥ ਪੂਰਾ ਕਰ ਸਕੀਏ ਜਿਹੜਾ ਅਧੂਰਾ ਰਹਿ ਗਿਆ ਸੀ ਪਰਮਾਤਮਾ ਨੂੰ ਮਿਲਣ ਦਾ। ਇੱਕ ਤਾਂ ਇਹ ਵੀ। ਦੂਸਰੀ ਵਿਚਾਰ ਇੱਕ ਸਤਿਗੁਰਾਂ ਨੇ ਮੇਰੇ ਮਨ ਦੇ ਵਿੱਚ ਇਹ ਵੀ ਪਾਈ, ਕਿਉਂਕਿ ਤੁਸੀਂ ਗੁਰਬਾਣੀ ਦੇ ਵਿੱਚ ਦੇਖੋ ਦੇਵਤੇ ਹੋਰ ਵਸਤੂਆਂ ਨੂੰ ਵੀ ਕਿਹਾ ਗਿਆ ਹੈ। ਆਸਾ ਦੀ ਵਾਰ ਦੇ ਵਿੱਚ ਪੜ੍ਹਦੇ ਹਾਂ, ਅੰਨ ਦੇਵਤਾ, ਪਾਣੀ ਦੇਵਤਾ, ਬੈਸੰਤਰ ਦੇਵਤਾ, ਲੂਣ, ਪੰਜਵਾਂ ਪਾਇਆ ਕਿਰਤ। ਅੰਨ ਨੂੰ ਦੇਵਤਾ ਕਿਹਾ ਗਿਆ, ਪਾਣੀ ਨੂੰ ਦੇਵਤਾ ਕਿਹਾ ਗਿਆ ਹੈ। ਇਹ ਸਰੀਰ ਇਸ ਕਰਕੇ ਅਮੋਲਕ ਹੈ ਕਿਉਂਕਿ ਤੁਸੀਂ ਦੇਖ ਲਓ ਇਹ ਜਿੰਨੀਆਂ ਵੀ ਵਸਤੂ ਜਿਹੜੀਆਂ ਨੇ, ਪਾਣੀ ਦੇਵਤਾ ਹੈ, ਹਵਾ ਦੇਵਤਾ, ਇਹ ਜਿੰਨੀਆਂ ਵੀ ਵਸਤੂਆਂ ਨੇ ਇਸ ਦੇਹੀ ਦੀ ਸੇਵਾ ਹੀ ਤਾਂ ਕਰਨ ਦਈਆਂ ਸਾਧ ਸੰਗਤ। ਤੁਸੀਂ ਦੇਖੋ ਹਰ ਇੱਕ ਚੀਜ਼ ਇਸ ਮਨੁੱਖਾ ਦੇਹੀ ਦੀ ਸੇਵਾ ਕਰਨ ਦਈਏ। ਸਾਨੂੰ ਐਨਰਜੀ ਮਿਲਦੀ ਹੈ, ਪਾਣੀ ਸਾਨੂੰ ਜੀਵਨ ਦਿੰਦਾ ਹੈ, ਅੰਨ ਸਾਨੂੰ ਤਾਕਤ ਦਿੰਦਾ ਹੈ। ਕਿੰਨੀਆਂ ਵਸਤੂਆਂ ਇਸ ਦੇਹੀ ਦੀ ਸੇਵਾ ਕਰਨ ਦਈਆਂ ਨੇ। ਤੋ ਮਹਾਰਾਜ ਕਹਿੰਦੇ ਗੁਰ ਸੇਵਾ ਤੇ ਭਗਤ ਕਮਾਈ, ਤਬ ਇਹ ਮਾਨਸ ਦੇਹੀ ਪਾਈ, ਇਸ ਦੇਹੀ ਕੋ ਸਿਮਰਹਿ ਦੇਵ, ਸੋ ਦੇਹੀ ਭਜ ਹਰ ਕੀ ਸੇਵ। ਮਹਾਰਾਜ ਕਹਿੰਦੇ ਇਹ ਜਨਮ ਇਸ ਕਰਕੇ ਅਮੋਲਕ ਹੈ ਕਿਉਂਕਿ ਸੌਖਾ ਨਹੀਂ ਲੱਭਦਾ, ਬੜਾ ਮੁਸ਼ਕਲ ਨਾਲ ਲੱਭਦਾ। ਪਤਾ ਨਹੀਂ ਕਿੰਨੇ ਸੰਘਰਸ਼ ਤੋਂ ਬਾਅਦ, ਕਿੰਨੀ ਭੱਜ ਦੌੜ ਤੋਂ ਬਾਅਦ, ਕਿੰਨੀ ਭੜਕਣਾ ਤੋਂ ਬਾਅਦ ਤੈਨੂੰ ਇਹ ਮਨੁੱਖਾ ਦੇਹੀ ਮਿਲੀ ਹੈ, ਇਸ ਕਰਕੇ ਅਮੋਲਕ ਹੈ। ਤੋ ਪਹਿਲੀ ਗੱਲ, ਇਹ ਦੇਹੀ ਇਸ ਕਰਕੇ ਅਮੋਲਕ ਹੈ ਕਿ ਇਹ ਦੁਰਲੱਭ ਹੈ, ਛੇਤੀ ਲੱਭਦੀ ਨਹੀਂ, ਔਖਿਆਂ ਮਿਲਦੀ ਹੈ। ਦੂਸਰੀ ਗੱਲ, ਇਹ ਦੇਹੀ ਇਸ ਕਰਕੇ ਅਮੋਲਕ ਹੈ ਕਿਉਂਕਿ ਇਹਦੇ ਅੰਦਰ ਦੂਜੇ ਜੀਵਾਂ ਨਾਲੋਂ ਖਾਸੀਅਤ ਵੱਧ ਹੈ, ਸਮਰੱਥਾ ਵੱਧ ਹੈ, ਕੈਪੇਬਿਲਿਟੀ ਵੱਧ ਹੈ। ਤੁਸੀਂ ਦੇਖੋ ਆਮ ਤੌਰ ਤੇ ਜੇ ਅਸੀਂ ਸਮਰੱਥਾ ਵਾਲੇ ਜੀਵਾਂ ਦੀ ਗੱਲ ਕਰੀਏ ਤਾਂ ਇੱਕ ਜੀਵ ਦਾ ਨਾਮ ਅਕਸਰ ਹੀ ਸਾਡੀ ਜ਼ੁਬਾਨ ਤੇ ਆ ਜਾਂਦਾ ਹੈ, ਸ਼ੇਰ। ਕਈ ਵਾਰੀ ਅਸੀਂ ਆਪਣੇ ਨਾਮ ਦੇ ਅੱਗੇ ਵੀ ਸ਼ੇਰ ਲਾ ਕੇ ਮਾਣ ਮਹਿਸੂਸ ਕਰਦੇ ਹਾਂ, ਜੀ ਮੈਂ ਤਾਂ ਬੱਬਰ ਸ਼ੇਰ ਹਾਂ। ਮਾਣ ਮਹਿਸੂਸ ਹੁੰਦਾ ਹੈ ਨਾ। ਕਿਉਂ ਅਸੀਂ ਉਸ ਜਾਨਵਰ ਦਾ ਨਾਮ ਲੈ ਕੇ ਵੀ ਮਾਣ ਮਹਿਸੂਸ ਕਰਦੇ ਹਾਂ? ਇਸ ਕਰਕੇ ਕਰਦੇ ਹਾਂ ਕਿਉਂਕਿ ਉਹਦੇ ਅੰਦਰ ਸਮਰੱਥਾ ਬਹੁਤ ਹੈ, ਉਹਦੇ ਅੰਦਰ ਤਾਕਤ ਬਹੁਤ ਹੈ। ਪਰ ਮਨੁੱਖਾ ਜਨਮ ਦੇ ਵਿੱਚ ਇਸ ਮਨੁੱਖਾ ਦੇਹੀ ਦੇ ਅੰਦਰ ਬਾਕੀ ਸਾਰੇ ਜੀਵਾਂ ਨਾਲੋਂ ਸਮਰੱਥਾ ਕਿਤੇ ਗੁਣਾ ਵੱਧ ਹੈ। ਇੰਨੀ ਸਮਰੱਥਾ ਵੱਧ ਹੈ ਸਾਧ ਸੰਗਤ ਕਿ ਜਿਸ ਸ਼ੇਰ ਨੂੰ ਅਸੀਂ ਸਮਰੱਥਾ ਵਾਲਾ ਕਹਿੰਦੇ ਹਾਂ, ਤਾਕਤ ਵਾਲਾ ਕਹਿੰਦੇ ਹਾਂ, ਇਹ ਮਨੁੱਖ ਉਸ ਸ਼ੇਰ ਨੂੰ ਵੀ ਆਪਣਾ ਗੁਲਾਮ ਬਣਾ ਕੇ ਸਰਕਸ ਦੇ ਵਿੱਚ ਨਚਾ ਦਿੰਦਾ। ਹੁਣ ਇਸ ਸ਼ੇਰ ਨੂੰ ਵੀ ਗੁਲਾਮ ਬਣਾ ਲੈਂਦਾ। ਇੰਨੀ ਸਮਰੱਥਾ ਵਾਲੇ ਜਾਨਵਰ ਨੂੰ ਵੀ ਇਸ ਮਨੁੱਖ ਨੇ ਆਪਣਾ ਗੁਲਾਮ ਬਣਾ ਲਿਆ। ਜਿਸ ਹਾਥੀ ਦੇ ਵਿੱਚ ਇੰਨੀ ਸਮਰੱਥਾ ਹੈ, ਇੰਨੀ ਤਾਕਤ ਹੈ ਕਿ ਆਪਣੀ ਸੁੰਡ ਦੇ ਨਾਲ ਰੁੱਖ ਨੂੰ ਜੜ੍ਹਾਂ ਤੋਂ ਪੱਟ ਦਿੰਦਾ ਹੈ, ਇਹ ਮਨੁੱਖ ਨੇ ਉਸ ਹਾਥੀ ਨੂੰ ਵੀ ਕਾਬੂ ਕਰਕੇ ਸਰਕਸ ਦੇ ਵਿੱਚ ਫੁੱਟਬਾਲ ਖੇਡਣ ਲਾ ਦਿੱਤਾ। ਤੁਸੀਂ ਦੇਖੋ ਮਨੁੱਖਾ ਦੇਹੀ ਦੇ ਵਿੱਚ ਕਿੰਨੀ ਸਮਰੱਥਾ ਹੈ। ਇਹ ਸਮਰੱਥਾ ਕਾਹਦੇ ਕਰਕੇ ਆ? ਕਿਉਂ ਇਹ ਦੂਜਿਆਂ ਨਾਲੋਂ ਵੱਧ ਤਾਕਤਵਰ ਹੈ? ਕਿਉਂਕਿ ਇਹਦੇ ਅੰਦਰ ਇੱਕ ਐਸੀ ਤਾਕਤ ਹੈ ਜਿਹੜੀ ਦੂਜਿਆਂ ਕੋਲ ਨਹੀਂ ਹੈ, ਔਰ ਉਹ ਹੈ ਇਹਦੇ ਦਿਮਾਗ ਦੀ ਤਾਕਤ, ਇਹਦੀ ਬੁੱਧੀ ਦੀ ਤਾਕਤ, ਇਹਦੀ ਚੇਤਨਤਾ ਦੀ ਤਾਕਤ। ਇਹਦੀ ਬੁੱਧੀ ਦੀ ਤਾਕਤ ਇੰਨੀ ਹੈ ਕਿ ਬਲ ਕਰਕੇ ਤਾਕਤਵਰ ਜਾਨਵਰਾਂ ਨੂੰ ਵੀ ਇਹ ਆਪਣੇ ਕਾਬੂ ਦੇ ਵਿੱਚ ਕਰ ਲੈਂਦਾ। ਤੋ ਮਨੁੱਖਾ ਦੇਹੀ ਦੀ ਜਿਹੜੀ ਖਾਸੀਅਤ ਹੈ ਦੂਜੇ ਜੀਵਾਂ ਨਾਲੋਂ ਵੱਧ ਹੈ, ਇਸ ਕਰਕੇ ਇਹ ਮਨੁੱਖਾ ਜਨਮ ਅਮੋਲਕ ਹੈ। ਤੋ ਇਹ ਦੋ ਨੁਕਤੇ ਆਪਾਂ ਵਿਚਾਰੇ। ਇਹ ਮਨੁੱਖਾ ਜਨਮ ਇਸ ਕਰਕੇ ਅਮੋਲਕ ਹੈ ਕਿਉਂਕਿ ਇਹ ਸੌਖਿਆਂ ਨਹੀਂ ਲੱਭਦਾ। ਦੂਜੀ ਗੱਲ, ਇਹ ਮਨੁੱਖਾ ਜਨਮ ਇਸ ਕਰਕੇ ਅਮੋਲਕ ਹੈ ਕਿਉਂਕਿ ਇਹਦੇ ਅੰਦਰ ਜਿਹੜੀ ਸਮਰੱਥਾ ਹੈ ਉਹ ਦੂਜਿਆਂ ਨਾਲੋਂ ਵੱਧ ਹੈ। ਇਸੇ ਕਰਕੇ ਸਤਿਗੁਰੂ ਜੀ ਨੇ ਗੱਲ ਕਹੀ ਹੈ ਕਿ ਭਾਈ ਇਸ ਮਨੁੱਖਾ ਦੇਹੀ ਦੇ ਅੰਦਰ ਇੰਨੀ ਸਮਰੱਥਾ ਹੈ ਕਿ ਇਸ ਜਨਮ ਦੇ ਵਿੱਚ ਹੀ ਤੂੰ ਉਸ ਪਰਮਾਤਮਾ 'ਚ ਅਭੇਦ ਹੋ ਸਕਦਾ ਹੈ। ਜੇ ਇਸ ਜਨਮ 'ਚ ਨਹੀਂ ਹੋ ਸਕਦਾ, ਹੋਰ ਕਿਸੇ ਜਨਮ 'ਚ ਨਹੀਂ ਹੋ ਸਕਦਾ, ਕਿਉਂਕਿ ਇਹੀ ਉਹ ਜਨਮ ਹੈ ਜਿਸ ਜਨਮ ਦੇ ਵਿੱਚ ਰਹਿ ਕੇ ਤੂੰ ਪਰਮਾਤਮਾ 'ਚ ਅਭੇਦ ਹੋ ਸਕਦਾ ਹੈ। ਕਿਉਂਕਿ ਪਰਮਾਤਮਾ ਦੇ ਵਿੱਚ ਅਭੇਦ ਹੋਣ ਲਈ ਸਮਰੱਥਾ ਚਾਹੀਦੀ ਹੈ, ਤਾਕਤ ਚਾਹੀਦੀ ਹੈ, ਤੇ ਮਨੁੱਖਾ ਦੇਹੀ ਕੋਲ
ਦੂਜੇ ਜੀਵਾਂ ਨਾਲੋਂ ਕਿਤੇ ਗੁਣਾ ਵੱਧ ਕੇ ਸਮਰੱਥਾ ਹੈ। ਇਸ ਕਰਕੇ ਇਹ ਅਮੋਲਕ ਹੈ। ਇੱਕ ਨੁਕਤਾ ਮੇਰੇ ਹੋਰ ਮਨ ਦੇ ਵਿੱਚ ਸਤਿਗੁਰੂ ਜੀ ਨੇ ਪਾਇਆ। ਤੁਸੀਂ ਦੇਖੋ, ਇੱਕ ਪਾਸੇ ਆਪਾਂ ਆਨੰਦ ਸਾਹਿਬ ਦੇ ਵਿੱਚ ਇੱਕ ਬਚਨ ਪੜ੍ਹਦੇ ਹਾਂ, ਹਰ ਆਪ ਅਮੁੱਲਕ ਹੈ, ਮੁੱਲ ਨਾ ਪਾਇਆ ਜਾਏ। ਉਸ ਪਰਮਾਤਮਾ ਨੂੰ ਵੀ ਅਮੋਲਕ ਕਿਹਾ ਹੈ ਕਿ ਉਹਦਾ ਮੁੱਲ ਨਹੀਂ ਪੈ ਸਕਦਾ, ਕੀਮਤ ਨਹੀਂ ਪੈ ਸਕਦੀ। ਕੋਟ ਕੋਟੀ ਮੇਰੀ ਆਰਜਾ, ਪਵਨ ਪੀਨ ਅਪਿਆਓ, ਚੰਦ ਸੂਰਜ ਦੋਏ ਗੁਫੈ ਨਾ ਦੇਖਾ, ਸੁਪਨੇ ਸੌਨ ਨਾ ਥਾਓ, ਭੀ ਤੇਰੀ ਕੀਮਤ ਨਾ ਪਵੈ, ਹੋ ਕੇਵੜ ਆਖਾ ਨਾਓ। ਇੱਕ ਪਾਸੇ ਉਹ ਪਰਮਾਤਮਾ ਨੂੰ ਅਮੋਲਕ ਕਿਹਾ ਹੈ, ਦੂਜੇ ਪਾਸੇ ਗੁਰੂ ਤੇਗ ਬਹਾਦਰ ਮਹਾਰਾਜ ਜੀ ਨੇ ਇੱਥੇ ਮਾਨਸ ਜਨਮ ਅਮੋਲਕ ਪਾਇਓ ਗੱਲ ਕਰ ਦਿੱਤੀ। ਤਾਂ ਮੇਰੇ ਮਨ ਦੇ ਵਿੱਚ ਇਹ ਸਤਿਗੁਰੂ ਜੀ ਵਿਚਾਰ ਪਾ ਰਹੇ ਨੇ ਕਿ ਇਹ ਮਨੁੱਖਾ ਜਨਮ ਇਸ ਕਰਕੇ ਅਮੋਲਕ ਹੈ ਕਿਉਂਕਿ ਇਹੀ ਉਹ ਜਨਮ ਹੈ ਜਿਸ ਜਨਮ ਦੇ ਵਿੱਚ ਰਹਿ ਕੇ ਅਸੀਂ ਅਮੋਲਕ ਪਰਮਾਤਮਾ 'ਚ ਅਭੇਦ ਹੋ ਸਕਦੇ ਹਾਂ। ਅਮੋਲਕ ਪਰਮਾਤਮਾ 'ਚ ਅਭੇਦ ਹੋਣ ਵਾਲਾ ਇਹ ਜਨਮ ਹੈ, ਇਸ ਕਰਕੇ ਇਸ ਜਨਮ ਨੂੰ ਵੀ ਅਮੋਲਕ ਕਹਿ ਦਿੱਤਾ। ਮਹਾਰਾਜ ਕਹਿੰਦੇ ਮਾਨਸ ਜਨਮ ਅਮੋਲਕ ਪਾਇਓ। ਤਾਂ ਪਹਿਲੀ ਗੱਲ ਆਪਾਂ ਸਮਝ ਲਈ, ਇਹ ਮਨੁੱਖਾ ਜਨਮ ਅਮੋਲਕ ਹੈ। ਦੂਜੀ ਗੱਲ ਮਹਾਰਾਜ ਕਹਿੰਦੇ ਨੇ ਬਿਰਥਾ ਕਾਹੇ ਗਵਾਵੋ। ਹੇ ਭਾਈ, ਇੰਨਾ ਅਨਮੋਲਕ ਹੈ, ਇੰਨੀ ਸਮਰੱਥਾ ਵਾਲਾ ਹੈ, ਇੰਨਾ ਖਾਸ ਇਹ ਜੀਵਨ ਹੈ, ਤੂੰ ਵਿਅਰਥ ਕਿਉਂ ਗਵਾ ਰਿਹਾ ਹੈ, ਅਜਾਈ ਕਿਉਂ ਗਵਾ ਰਿਹਾ ਹੈ। ਹੁਣ ਇਹ ਨੁਕਤਾ ਸਮਝਣਾ ਹੈ ਵੀ ਇਹ ਜੀਵਨ ਅਜਾਈ ਕਿਵੇਂ ਜਾਂਦਾ ਹੈ। ਹੁਣ ਕਈ ਸਵਾਲ ਕਰ ਸਕਦੇ ਨੇ ਵੀ ਮੈਂ ਬਚਪਨ ਤੋਂ ਸੁਪਨਾ ਦੇਖਿਆ, ਇੱਕ ਟਾਰਗੇਟ ਮਿਥ ਲਿਆ ਵੀ ਮੈਂ IAS ਆਫੀਸਰ ਬਣਨਾ, ਇੱਕ ਵੱਡਾ ਅਫਸਰ ਬਣਨਾ, ਤੇ ਮੈਂ ਪੜ੍ਹਾਈ ਕੀਤੀ, ਮਿਹਨਤ ਕੀਤੀ, ਅੱਜ ਮੈਂ ਅਫਸਰ ਬਣ ਗਿਆ। ਕੀ ਮੇਰਾ ਜਨਮ ਸਫਲ ਹੋ ਗਿਆ? ਕਿ ਮੈਨੂੰ ਵੀ ਕਹੋਗੇ ਵੀ ਮੈਂ ਵੀ ਵਿਅਰਥ ਗਵਾ ਕੇ ਜਾ ਰਿਹਾ? ਕੋਈ ਕਹੇ ਕਿ ਮੈਂ ਬਚਪਨ ਦੇ ਵਿੱਚ ਸੁਪਨਾ ਦੇਖਿਆ ਸੀ ਜੀ ਮੈਂ ਡਾਕਟਰ ਬਣਨਾ ਜਾਂ ਇੰਜੀਨੀਅਰ ਬਣਨਾ ਹੈ, ਤੇ ਮੈਂ ਮਿਹਨਤ ਕਰਕੇ ਪੜ੍ਹਾਈ ਕਰਕੇ ਫਿਰ ਡਾਕਟਰ ਬਣ ਗਿਆ ਹਾਂ, ਇੰਜੀਨੀਅਰ ਬਣ ਗਿਆ ਹਾਂ। ਹੁਣ ਮੈਂ ਆਪਣਾ ਸੁਪਨਾ ਪੂਰਾ ਕਰ ਲਿਆ, ਜਿਹੜਾ ਟਾਰਗੇਟ ਮਿਥਿਆ ਸੀ ਮੈਂ ਪੂਰਾ ਕਰ ਲਿਆ। ਕਿ ਮੈਨੂੰ ਵੀ ਲੋਕ ਵਿਅਰਥ ਕਹਿਣਗੇ? ਕਿ ਇੰਜੀਨੀਅਰਸ ਨੂੰ ਵੀ ਕਿਹਾ ਜਾ ਸਕਦਾ ਵੀ ਇਹ ਵਿਅਰਥ ਗਵਾ ਰਿਹਾ? ਕਿ ਅਫਸਰਾਂ ਨੂੰ ਵੀ ਕਿਹਾ ਜਾ ਸਕਦਾ ਵੀ ਇਹ ਵਿਅਰਥ ਗਵਾ ਰਹੇ ਨੇ? ਕਿਉਂਕਿ ਉਹਨਾਂ ਤਾਂ ਆਪਣੇ ਸੁਪਨੇ ਪੂਰੇ ਕਰ ਲਏ, ਉਹਨਾਂ ਜਿਹੜੇ ਜ਼ਿੰਦਗੀ ਦੇ ਟਾਰਗੇਟ ਮਿਥੇ ਸੀ ਪੂਰੇ ਕਰ ਲਏ। ਮਹਾਰਾਜ ਕਹਿੰਦੇ ਹਾਂ, ਉਹ ਵੀ ਵਿਅਰਥ ਗਵਾ ਰਹੇ ਨੇ। ਵੱਡਾ ਅਫਸਰ ਵੀ ਹੋਵੇ, ਉਸ ਦਾ ਜੀਵਨ ਵੀ ਵਿਅਰਥ ਹੈ ਜੇ ਇੱਕ ਕਾਰਜ ਉਹਨੇ ਨਹੀਂ ਕੀਤਾ। ਕਿਉਂਕਿ ਸਾਧ ਸੰਗਤ, ਮੈਂ ਇਹ ਨਹੀਂ ਕਹਿ ਰਿਹਾ ਵੀ ਅਸੀਂ ਅਫਸਰ ਨਹੀਂ ਬਣਨਾ, ਇੰਜੀਨੀਅਰ ਨਹੀਂ ਬਣਨਾ, ਸਭ ਕੁਝ ਕਰਨਾ, ਪਰ ਇਹ ਸਾਰੇ ਮਨੋਰਥ ਸਾਡੇ ਸੈਕੰਡਰੀ ਨੇ। ਇੱਕ ਪ੍ਰਾਇਮਰੀ ਮਨੋਰਥ ਮੇਰੇ ਸਤਿਗੁਰਾਂ ਨੇ ਸਾਨੂੰ ਦਿੱਤਾ ਹੈ, ਔਰ ਉਹ ਇਹ ਹੈ ਕਿ ਮਿਲ ਜਗਦੀਸ਼ ਮਿਲਣ ਕੀ ਬਰੀਆ। ਪਰਮਾਤਮਾ ਨੂੰ ਮਿਲਣ ਦੀ ਇਹ ਵਾਰੀ ਹੈ। ਸਾਡਾ ਮਕਸਦ ਪਰਮਾਤਮਾ ਨੂੰ ਮਿਲਣਾ ਹੈ। ਭਈ ਪ੍ਰਾਪਤ ਮਾਨੁਖ ਦੇ ਹੁਰੀਆ, ਗੋਬਿੰਦ ਮਿਲਣ ਕੀ ਇਹ ਤੇਰੀ ਬਰੀਆ। ਅਵਰ ਕਾਜ ਤੇਰਾ ਕਿਤੇ ਨਾ ਕਾਮ, ਮਿਲ ਸਾਧ ਸੰਗਤ ਭਜ ਕੇਵਲ ਨਾਮ। ਜੇ ਪਰਮਾਤਮਾ ਨੂੰ ਚੇਤੇ ਨਹੀਂ ਕੀਤਾ ਤੇ ਬਾਕੀ ਦੇ ਕੀਤੇ ਕੋਈ ਵੀ ਕਾਰਜ ਲਾਹੇਵੰਦ ਨਹੀਂ ਹਨ, ਵਿਅਰਥ ਹਨ। ਹੁਣ ਇੱਥੇ ਹੋ ਸਕਦਾ ਥੋੜੀ ਜਿਹੀ ਸ਼ੰਕਾ ਮਨ ਦੇ ਵਿੱਚ ਪੈ ਜਾਵੇ ਵੀ ਕੀ ਗੁਰਮਤ ਨੇ ਆ ਕਿਰਤ ਕਮਾਈ ਜਾਂ ਕੰਮ ਧੰਦੇ ਕਰਨ ਨੂੰ ਜਾਂ ਅਫਸਰ ਬਣਨ ਨੂੰ ਅਜਾਈ ਦੱਸਿਆ ਕਿ ਇਹ ਕੁਝ ਨਹੀਂ ਕਰਨਾ ਚਾਹੀਦਾ? ਨਹੀਂ, ਇਸ ਤਰ੍ਹਾਂ ਵੀ ਨਹੀਂ ਹੈ। ਸਾਧ ਸੰਗਤ, ਇਹਨੂੰ ਸਮਝਣ ਲਈ ਇੱਕ ਛੋਟੀ ਜਿਹੀ ਉਦਾਹਰਨ ਸਮਝਿਓ। ਮੰਨ ਲਓ ਹੁਣ ਮੈਂ ਮੁਕਤਸਰ ਸਾਹਿਬ ਦੇ ਨੇੜੇ ਦਾ ਰਹਿਣ ਵਾਲਾ ਹੈ ਤੇ ਮੈਂ ਪੜ੍ਹਾਈ ਕਰਨ ਜਾਣਾ ਹੈ ਜਲੰਧਰ। ਹੁਣ ਮੈਨੂੰ ਪਤਾ ਵੀ ਮੈਂ 4 ਸਾਲ ਉੱਥੇ ਰਹਿ ਕੇ ਪੜ੍ਹਾਈ ਕਰਨੀ ਹੈ, ਤਾਂ ਮੈਨੂੰ ਆਪਣੀ ਰਿਹਾਇਸ਼ ਦਾ ਪ੍ਰਬੰਧ ਕਰਨਾ ਪੈਣਾ ਹੈ। ਮੈਂ ਇੱਥੋਂ ਮੁਕਤਸਰ ਸਾਹਿਬ ਦੀ ਧਰਤੀ ਤੋਂ ਜਲੰਧਰ ਸ਼ਿਫਟ ਹੋ ਗਿਆ ਪੜ੍ਹਾਈ ਕਰਨ ਵਾਸਤੇ 4 ਸਾਲਾਂ ਦੇ ਲਈ, ਔਰ ਉੱਥੇ ਜਾ ਕੇ ਫਿਰ ਮੈਂ ਆਪਣੇ ਰਹਿਣ ਦਾ ਪ੍ਰਬੰਧ ਕਰ ਲਿਆ। ਫਿਰ ਹੁਣ ਖਾਣ ਨੂੰ ਰੋਟੀ ਚਾਹੀਦੀ ਹੈ, ਮੈਂ ਖਾਣ ਦਾ ਪ੍ਰਬੰਧ ਕਰ ਲਿਆ, ਹੋਰ ਬੜੀਆਂ ਚੀਜ਼ਾਂ ਦਾ ਪ੍ਰਬੰਧ ਕਰ ਲਿਆ, ਬਿਸਤਰਿਆਂ ਦਾ ਪ੍ਰਬੰਧ ਕਰ ਲਿਆ। ਫਿਰ ਆਪਣੀ PG ਤੋਂ ਲੈ ਕੇ ਕਾਲਜ ਦੇ ਤੱਕ ਜਾਣਾ ਹੈ, ਉੱਥੋਂ ਤੱਕ ਜਾਣ ਲਈ ਵਹੀਕਲ ਦਾ ਪ੍ਰਬੰਧ ਕਰ ਲਿਆ, ਬਾਈਕ ਦਾ ਪ੍ਰਬੰਧ ਕਰ ਲਿਆ। ਹੁਣ ਇਹ ਸਾਰਾ ਕੁਝ ਕਰ ਲਿਆ। ਜਲੰਧਰ ਜਾ ਕੇ ਮੈਂ ਇੱਕ ਕਮਰਾ ਵੀ ਲੈ ਲਿਆ, ਮੈਸ ਵੀ ਲਾ ਲਈ, ਰੋਟੀ ਦਾ ਪ੍ਰਬੰਧ ਵੀ ਕਰ ਲਿਆ, ਇੱਕ ਮੋਟਰਸਾਈਕਲ ਵੀ ਲੈ ਲਿਆ, ਤੇ ਉੱਥੇ ਜਾ ਕੇ ਫਿਰ ਕਾਲਜ ਤੋਂ ਬਾਅਦ ਮੈਂ ਘੁੰਮਦਾ ਫਿਰਦਾ ਵੀ ਹਾਂ, ਮੰਨ ਲਓ। ਤੇ ਹੁਣ ਮੰਨ ਲਓ ਕੋਈ 3rd ਪਰਸਨ ਮੈਨੂੰ ਪੁੱਛ ਲੇ ਵੀ ਭਾਈ ਤੂੰ ਜਲੰਧਰ ਕੀ ਕਰਨ ਆਇਆ ਹੈ, ਤੇ ਕੀ ਮੈਂ ਉਹਨਾਂ ਨੂੰ ਇਹ ਕਵਾਂਗਾ ਵੀ ਮੈਂ ਰੋਟੀ ਖਾਣ ਆਇਆ, ਕਿਉਂਕਿ ਰੋਟੀ ਤਾਂ ਮੈਂ ਖਾ ਰਿਹਾ ਉੱਥੇ ਜਾ ਕੇ? ਕੀ ਮੈਂ ਉਹਨਾਂ ਨੂੰ ਇਹ ਕਵਾਂਗਾ ਜੀ ਮੈਂ ਕਮਰੇ 'ਚ ਰਹਿਣ ਆਇਆ, ਕਿਉਂਕਿ ਮੈਂ ਕਮਰਾ ਲੈ ਕੇ ਰਹਿ ਵੀ ਰਿਹਾ ਹਾਂ, ਰਾਤ ਨੂੰ ਮੈਂ ਸੌਣਾ ਵੀ ਹਾਂ? ਤੇ ਮੈਂ ਕੀ ਲੋਕਾਂ ਨੂੰ ਇਹ ਕਵਾਂਗਾ ਮੈਂ ਸੌਣ ਆਇਆ? ਉੱਥੇ ਮੈਂ ਘੁੰਮਦਾ ਵੀ ਹਾਂ, ਤੇ ਕੀ ਮੈਂ ਲੋਕਾਂ ਨੂੰ ਇਹ ਕਵਾਂਗਾ ਵੀ ਮੈਂ ਘੁੰਮਣ ਆਇਆ? ਜਦੋਂ ਵੀ ਕੋਈ ਪੁੱਛੇ ਵੀ ਤੂੰ ਜਲੰਧਰ ਕੀ ਕਰਨ ਆਇਆ ਹੈ, ਤਾਂ ਮੈਂ ਕੀ ਕਹਾਂਗਾ? ਮੈਂ ਜਲੰਧਰ ਪੜ੍ਹਨ ਵਾਸਤੇ ਆਇਆ। ਹੁਣ ਦੇਖੋ, ਉੱਥੇ ਜਾ ਕੇ ਮੈਂ ਸੌਂ ਵੀ ਰਿਹਾ ਹਾਂ,
ਘੁੰਮ ਵੀ ਰਿਹਾ ਹਾਂ, ਰੋਟੀ ਵੀ ਖਾ ਰਿਹਾ ਹਾਂ, ਕਮਰੇ 'ਚ ਵੀ ਰਹਿ ਰਿਹਾ ਹਾਂ, ਪਰ ਮੈਂ ਜਦੋਂ ਵੀ ਲੋਕਾਂ ਨੂੰ ਦੱਸਾਂਗਾ ਮੈਂ ਕੀ ਕਰਨ ਆਇਆ ਤਾਂ ਇਹੀ ਦੱਸਾਂਗਾ ਕਿ ਮੈਂ ਇੱਥੇ ਪੜ੍ਹਨ ਆਇਆ ਹੈ। ਕਿਉਂ ਇਹ ਦੱਸਾਂਗਾ? ਕਿਉਂਕਿ ਪ੍ਰਾਇਮਰੀ ਮਨੋਰਥ ਤਾਂ ਮੇਰਾ ਉੱਥੇ ਜਾਣ ਦਾ ਇਹੀ ਹੈ ਨਾ। ਮੈਂ ਅਸਲ ਦੇ ਵਿੱਚ ਉੱਥੇ ਪੜ੍ਹਨ ਗਿਆ ਹੈ ਤੇ ਚੰਗੀ ਤਰ੍ਹਾਂ ਪੜ੍ਹ ਸਕਾਂ, ਕੋਈ ਦਿੱਕਤ ਨਾ ਆਵੇ। ਇਸ ਕਰਕੇ ਮੈਨੂੰ ਉੱਥੇ ਜਾ ਕੇ ਕੁਝ ਸਹੂਲਤਾਂ ਦੀ ਲੋੜ ਪਵੇਗੀ, ਮੈਨੂੰ ਰਹਿਣ ਦਾ ਪ੍ਰਬੰਧ ਕਰਨਾ ਪੈਣਾ ਹੈ। ਰਹਿਣ ਦਾ ਪ੍ਰਬੰਧ ਇਸ ਕਰਕੇ ਕੀਤਾ ਹੈ ਤਾਂ ਕਿ ਉਸ ਰਿਹਾਇਸ਼ ਦੇ ਵਿੱਚ ਰਹਿ ਕੇ ਮੈਂ ਆਪਣਾ ਅਸਲ ਮਨੋਰਥ ਪੜ੍ਹਾਈ ਵਾਲਾ ਪੂਰਾ ਕਰ ਸਕਾਂ। ਰੋਟੀ ਦਾ ਪ੍ਰਬੰਧ ਇਸ ਕਰਕੇ ਕੀਤਾ ਹੈ ਤਾਂ ਕਿ ਮੇਰਾ ਤਨ ਤੰਦਰੁਸਤ ਰਵੇ ਤੇ ਮੈਂ ਆਪਣੇ ਅਸਲ ਮਨੋਰਥ ਨੂੰ ਪੂਰਾ ਕਰਨ ਲਈ ਮਿਹਨਤ ਕਰ ਸਕਾਂ। ਮੈਂ ਘੁੰਮਦਾ ਫਿਰਦਾ ਜਾਂ ਹੋਰ ਪ੍ਰਬੰਧ, ਹੋਰ ਸਹੂਲਤਾਂ ਦਾ ਪ੍ਰਬੰਧ ਇਸ ਕਰਕੇ ਕੀਤਾ ਹੈ ਤਾਂ ਕਿ ਉਹਨਾਂ ਸਹੂਲਤਾਂ ਦੇ ਵਿੱਚ ਰਹਿ ਕੇ ਮੈਂ ਆਪਣੇ ਅਸਲ ਮਨੋਰਥ ਨੂੰ ਪੂਰਾ ਕਰ ਸਕਾਂ। ਪਰ ਜੇ ਜਲੰਧਰ ਜਾ ਕੇ ਮੰਨ ਲਓ ਮੈਂ ਕਦੀ ਕਲਾਸਾਂ ਹੀ ਨਾ ਲਾਵਾਂ, ਪੜ੍ਹਾਈ ਨਾ, ਫੇਲ ਹੋ ਕੇ ਆ ਜਾਵਾਂ, ਤੇ ਲੋਕ ਵੀ ਅਕਸਰ ਕਹਿ ਦਿੰਦੇ ਨੇ ਵੀ ਤੇਰੇ ਸੌਣ ਦਾ ਕੀ ਫਾਇਦਾ, ਤੇਰਾ ਕਮਰੇ ਲੈਣ ਦਾ ਕੀ ਫਾਇਦਾ, ਤੇਰੇ ਤੇ ਖਰਚ ਕੀਤੇ ਦਾ ਕੀ ਫਾਇਦਾ। ਜਿਹੜਾ ਮਨੋਰਥ ਪੂਰਾ ਕਰਨ ਗਿਆ ਸੀ ਉਹ ਮਨੋਰਥ ਤਾਂ ਪੂਰਾ ਕੀਤਾ ਹੀ ਨਹੀਂ, ਤੂੰ ਉੱਥੇ 4 ਸਾਲ ਵਿਅਰਥੀ ਗਵਾ ਕੇ ਆ ਗਿਆ। ਇੰਝ ਹੀ ਕਹਿਣਗੇ ਨਾ ਲੋਕ। ਹੁਣ ਮੈਂ ਕਹਾਂ ਜੀ ਮੈਂ ਤਾਂ ਉੱਥੇ ਰੋਟੀ ਖਾ ਕੇ ਆਇਆ, ਰੋਟੀ ਖਾਂਦਾ ਰਿਹਾ, ਤੁਸੀਂ ਕਹਿੰਦੇ ਵਿਅਰਥ ਗਵਾਇਆ। ਮੈਂ ਕਮਰੇ 'ਚ ਰਹਿੰਦਾ ਰਿਹਾ, ਮੈਂ ਵਿਅਰਥ ਗਵਾਇਆ। ਮੈਂ ਹੋਰ ਕੰਮ ਕਰਦਾ ਰਿਹਾ, ਮੈਂ ਵਿਅਰਥ ਗਵਾਇਆ। ਲੋਕੀ ਕਹਿਣਗੇ ਭਾਈ ਅਸਲ ਦੇ ਵਿੱਚ ਤੂੰ ਉੱਥੇ ਪੜ੍ਹਨ ਗਿਆ ਸੀ, ਹੋਰ ਜੋ ਮਰਜ਼ੀ ਕਰ, ਪਰ ਜੇ ਪੜ੍ਹਾਈ ਦਾ ਕਾਰਜ ਪੂਰਾ ਨਹੀਂ ਕਰਕੇ ਆਇਆ ਤੇ ਬਾਕੀ ਸਾਰੇ ਕੀਤੇ ਕੰਮ ਵੀ ਤੇਰੇ ਵਿਅਰਥ ਨੇ। ਇਸ ਕਰਕੇ ਮਹਾਰਾਜ ਕਹਿੰਦੇ ਨੇ ਸਾਡਾ ਅਸਲ ਮਨੋਰਥ ਹੈ ਵਾਹਿਗੁਰੂ ਜੀ ਦੇ ਵਿੱਚ ਅਭੇਦ ਹੋਣਾ। ਤੇ ਜੇ ਇਹ ਕਾਰਜ ਪੂਰਾ ਨਹੀਂ ਕੀਤਾ, ਅਸੀਂ ਭਾਵੇਂ ਖਾ ਲਈਏ, ਸੌਂ ਲਈਏ, ਹੱਸ ਲਈਏ, ਅਫਸਰ ਬਣ ਜਾਈਏ, ਹੋਰ ਜੋ ਮਰਜ਼ੀ ਕਰ ਲਈਏ, ਪਰ ਜੇ ਵਾਹਿਗੁਰੂ ਜੀ ਦੇ ਵਿੱਚ ਅਭੇਦ ਹੋਣ ਦਾ ਕਾਰਜ ਪੂਰਾ ਨਹੀਂ ਕੀਤਾ ਤੇ ਮਹਾਰਾਜ ਕਹਿੰਦੇ ਜਨਮ ਵਿਅਰਥ ਗਵਾ ਕੇ ਜਾ ਰਿਹਾ ਹੈ, ਵਿਅਰਥ ਗਵਾ ਕੇ ਜਾ ਰਿਹਾ ਹੈ। ਸਤਿਗੁਰੂ ਜੀ ਕਹਿੰਦੇ ਮਾਨਸ ਜਨਮ ਅਮੋਲਕ ਪਾਇਓ, ਬਿਰਥਾ ਕਾਹੇ ਗਵਾਵੋ। ਇਹ ਮਨੁੱਖਾ ਜਨਮ ਤੈਨੂੰ ਅਮੋਲਕ ਮਿਲਿਆ ਹੈ, ਇਹਨੂੰ ਵਿਅਰਥ ਕਿਉਂ ਗਵਾ ਰਿਹਾ ਹੈ। ਹੁਣ ਇੱਥੇ ਇਹ ਨਹੀਂ ਸਮਝ ਲੈਣਾ ਵੀ ਅਸੀਂ ਦੂਜੇ ਕੰਮ ਨਹੀਂ ਕਰਨੇ, ਅਫਸਰ ਬਣ ਕੇ ਸਮਾਜ ਸੇਵਾ ਨਹੀਂ ਕਰਨੀ ਹੈ। ਮੰਨ ਲਓ ਕਿਸੇ ਮੰਜ਼ਿਲ ਵੱਲ ਕੂਚ ਕਰ ਰਹੇ ਹੋਈਏ, ਰਸਤੇ ਦੇ ਵਿੱਚ ਕੋਈ ਕੰਡੇ ਖਿਲਰੇ ਪਏ ਨੇ, ਉਹਨਾਂ ਨੂੰ ਪਾਸੇ ਕਰ ਦੇਣਾ, ਸਫਾਈ ਕਰ ਦੇਣੀ ਕੋਈ ਮਾੜੀ ਗੱਲ ਨਹੀਂ ਹੈ। ਕਰੋ, ਜ਼ਰੂਰ ਕਰੋ, ਰਸਤੇ ਦੇ ਵਿੱਚ ਸਫਾਈ ਕਰਦੇ ਜਾਣਾ ਕਰੋ, ਪਰ ਇਹ ਨਾ ਹੋਵੇ ਵੀ ਅਸੀਂ ਆਪਣੀ ਮੰਜ਼ਿਲ ਤੋਂ ਭਟਕ ਜਾਈਏ। ਮੰਜ਼ਿਲ ਤੱਕ ਨਹੀਂ ਪਹੁੰਚੇ ਤੇ ਵਿਅਰਥ ਹੈ, ਤੇ ਮੰਜ਼ਿਲ ਵੱਲ ਨੂੰ ਕੂਚ ਕਰ ਰਹੇ ਹਾਂ ਤੇ ਰਸਤੇ ਦੇ ਵਿੱਚ ਤੂੰ ਹੋਰ ਕੰਮ ਕਰਦੇ ਜਾਣਾ ਹੈ ਤੇ ਕਰਦਾ ਜਾਂ ਸਹੂਲਤ ਲਈ, ਚੰਗੀ ਗੱਲ ਹੈ। ਅਸਲ ਮਨੋਰਥ ਨਾ ਭੁੱਲੀਏ ਸਾਧ ਸੰਗਤ। ਜੇ ਅਫਸਰ ਬਣ ਕੇ ਵੀ ਹਿਰਦੇ ਵਿੱਚ ਇਮਾਨਦਾਰੀ ਧਾਰਨ ਨਹੀਂ ਕੀਤੀ ਤੇ ਤੇਰਾ ਅਫਸਰ ਬਣਨ ਦਾ ਕੀ ਫਾਇਦਾ, ਵਿਅਰਥ ਗਵਾ ਰਿਹਾ ਜੀਵਨ। ਇੰਜੀਨੀਅਰ ਬਣ ਕੇ ਵੀ ਤੇਰੀ ਜ਼ਿੰਦਗੀ ਦੇ ਵਿੱਚ ਇਮਾਨਦਾਰੀ ਨਹੀਂ, ਪਰਮਾਤਮਾ ਦੀ ਯਾਦ ਨਹੀਂ, ਤੇ ਮਹਾਰਾਜ ਕਹਿੰਦੇ ਜੀਵਨ ਵਿਅਰਥ ਗਵਾ ਰਿਹਾ ਹੈ। ਡਾਕਟਰ ਬਣ ਕੇ ਵੀ ਜੇ ਤੂੰ ਕਿਸੇ ਦੀ ਭਲਾਈ ਨਹੀਂ ਕਰ ਸਕਦਾ, ਸਿਰਫ ਮਾਇਆ ਇਕੱਠੇ ਕਰਨ ਦਾ ਹੀ ਇਹਨੂੰ ਧੰਦਾ ਬਣਾ ਲਿਆ ਹੈ, ਤੇ ਮਹਾਰਾਜ ਕਹਿੰਦੇ ਜੀਵਨ ਵਿਅਰਥ ਗਵਾ ਰਿਹਾ ਹੈ। ਤੂੰ ਜੋ ਮਰਜ਼ੀ ਸੁਪਨੇ ਪੂਰੇ ਕਰ। ਮਹਾਰਾਜ ਨੇ ਸੁਪਨੇ ਨਾ ਲੈਣ ਦੀ ਗੱਲ ਨਹੀਂ ਕੀਤੀ, ਸਗੋਂ ਗੁਰੂ ਗੋਬਿੰਦ ਸਿੰਘ ਜੀ ਨੇ ਤਾਂ ਸਾਨੂੰ ਰਾਜ ਕਰਨ ਦਾ ਵੀ ਸੁਪਨਾ ਦਿਖਾਇਆ। ਰਾਜ ਕਰੇਗਾ ਖਾਲਸਾ ਆਕੀ ਰਹਿ ਨਾ ਕੋਏ। ਮਹਾਰਾਜ ਕਹਿੰਦੇ ਤੂੰ ਆਪਣੇ ਵੱਡੇ ਵੱਡੇ ਮਨੋਰਥ ਪੂਰੇ ਕਰ, ਪਰ ਇਹ ਨਾ ਭੁੱਲ ਜਾਵੀਂ ਵੀ ਤੇਰਾ ਸਭ ਤੋਂ ਵੱਡਾ ਮਕਸਦ ਪਰਮਾਤਮਾ 'ਚ ਅਭੇਦ ਹੋਣਾ ਹੈ। ਜੇ ਵਾਹਿਗੁਰੂ ਜੀ ਦੀ ਯਾਦ ਵਿੱਚ ਜੁੜਿਆ ਹੈ ਤੇ ਸਭ ਕੁਝ ਮੁਬਾਰਕ ਹੈ, ਪਰ ਜੇ ਵਾਹਿਗੁਰੂ ਜੀ ਨੂੰ ਭੁਲਾ ਦਿੱਤਾ ਤੇ ਸਭ ਕੁਝ ਵਿਅਰਥ ਹੈ। ਆਓ ਗੁਰਬਾਣੀ ਦੇ ਵਿੱਚੋਂ ਕੁਝ ਉਦਾਹਰਨਾਂ, ਕੁਝ ਪ੍ਰਮਾਣ ਲੈ ਕੇ ਇਸ ਗੱਲ ਨੂੰ ਹੋਰ ਦ੍ਰਿੜ ਕਰੀਏ। ਸਤਿਗੁਰੂ ਜੀ ਕਹਿ ਰਹੇ ਨੇ ਮਾਨਸ ਜਨਮ ਅਮੋਲਕ ਪਾਇਓ, ਬਿਰਥਾ ਕਾਹੇ ਗਵਾਵੋ। ਤੇ ਹੋਰ ਥਾਂ ਗੁਰਬਾਣੀ ਦੇ ਬਚਨ ਪੜ੍ਹੀਏ। ਧੰਨ ਗੁਰੂ ਨਾਨਕ ਸਾਹਿਬ ਜੀ ਦਾ ਇੱਕ ਬਚਨ ਆਉਂਦਾ, ਮਹਾਰਾਜ ਕਹਿੰਦੇ ਦੇਖੋ ਕਈ ਲੋਕ ਜੀਵਨ ਨੂੰ ਵਿਅਰਥ ਗਵਾਉਂਦੇ ਨੇ। ਸਤਿਗੁਰੂ ਜੀ ਕਹਿੰਦੇ ਇੱਕ ਆਮ ਮਨੁੱਖ, ਮਨਮੁਖ ਬੰਦਾ, ਤੁਸੀਂ ਦੇਖੋ ਜੀਵਨ ਕਿਵੇਂ ਵਿਅਰਥ ਗਵਾਉਂਦਾ ਹੈ। ਇਹ ਦੁਨੀਆ ਦੇ ਵਿੱਚ ਹਰ ਇੱਕ ਚੀਜ਼ ਨਾਲ ਮੋਹ ਪਾ ਲੈਂਦਾ ਹੈ, ਪਰ ਇੱਕ ਪਰਮਾਤਮਾ ਨਾਲ ਮੋਹ ਨਹੀਂ ਪਾਉਂਦਾ, ਉਸ ਪਰਮਾਤਮਾ ਨਾਲ ਪਿਆਰ ਨਹੀਂ ਪਾਉਂਦਾ। ਤੇ ਜੇ ਪਰਮਾਤਮਾ ਨਾਲ ਪਿਆਰ ਨਹੀਂ ਪਾਇਆ ਤੇ ਜੀਵਨ ਵਿਅਰਥ ਗਵਾ ਰਿਹਾ। ਸਤਿਗੁਰੂ ਜੀ ਦਾ ਬਚਨ ਹੈ, ਪਹਿਲੇ ਪਿਆਰ ਲੱਗਾ ਥਣ ਦੁੱਧ, ਦੂਜੇ ਮਾਏ ਬਾਪ ਕੀ ਸੁੱਧ, ਤੀਜੇ ਭਈਆ ਭਾਬੀ ਬੇਬ, ਚੌਥੇ ਪਿਆਰ ਉਪੰਨੀ ਖੇਡ, ਪੰਜਵੇਂ ਖਾਣ ਪੀਣ ਕੀ ਧਾਤ, ਛੇਵੇਂ ਕਾਮ ਨਾ ਪੁੱਛੇ ਜਾਤ। ਮਹਾਰਾਜ ਕਹਿੰਦੇ ਤੁਸੀਂ ਦੇਖੋ ਬੰਦਾ ਜੰਮਿਆ, ਸਭ ਤੋਂ ਪਹਿਲਾਂ ਇਹਨੂੰ ਮਾਤਾ ਦੇ ਦੁੱਧ ਨਾਲ ਮੋਹ ਪੈ ਗਿਆ। ਥੋੜਾ ਜਿਹਾ ਵੱਡਾ ਹੋਇਆ ਤੇ ਮਾਤਾ ਪਿਤਾ ਨਾਲ ਪਿਆਰ ਪੈ ਗਿਆ। ਹੋਰ ਵੱਡਾ ਹੋਇਆ, ਭੈਣ ਭਰਾਵਾਂ ਦੀ ਸਮਝ ਲੱਗੀ, ਉਹਨਾਂ ਨਾਲ ਪਿਆਰ ਪੈ ਗਿਆ।
ਥੋੜ੍ਹੀ ਜਿਹੀ ਉਮਰ ਹੋਰ ਵਧੀ, ਫਿਰ ਗਲੀ ਦੇ ਵਿੱਚ ਯਾਰ ਮਿੱਤਰਾਂ ਨਾਲ ਖੇਡਣ ਚਲਾ ਗਿਆ, ਸਕੂਲੇ ਜਾਣ ਲੱਗ ਗਿਆ, ਉੱਥੇ ਯਾਰ ਮਿੱਤਰ ਬਣ ਗਏ, ਉਹਨਾਂ ਨਾਲ ਮੋਹ ਪੈ ਗਿਆ। ਹੋਰ ਵੱਡਾ ਹੋਇਆ ਤੇ ਮਹਾਰਾਜ ਕਹਿੰਦੇ ਇਹਦੇ ਤਨ ਵਿੱਚ ਕਾਮ ਆਉਣਾ ਸ਼ੁਰੂ ਹੋ ਗਿਆ, ਕਾਮ ਨਾਲ ਮੋਹ ਪੈ ਗਿਆ। ਵਿਆਹ ਹੋ ਗਿਆ, ਇਸਤਰੀ ਨਾਲ ਮੋਹ ਪੈ ਗਿਆ। ਬੱਚੇ ਹੋਏ, ਬੱਚਿਆਂ ਨਾਲ ਮੋਹ ਪੈ ਗਿਆ। ਸਮਾਂ ਲੰਘਿਆ, ਉਮਰ ਲੰਘੀ ਤੇ ਕ੍ਰੋਧ ਨੇ ਇਹਨੂੰ ਘੇਰ ਲਿਆ। ਸਮਾਂ ਲੰਘਦਾ ਗਿਆ, ਇਹਦੇ ਵਾਲ ਜਿਹੜੇ ਨੇ ਚਿੱਟੇ ਹੁੰਦੇ ਗਏ। ਹੋਰ ਸਮਾਂ ਲੰਘਿਆ ਤੇ ਜਿਹੜਾ ਤਨ ਸਾਰੀ ਜ਼ਿੰਦਗੀ ਪਦਾਰਥਾਂ ਦੇ ਨਾਲ ਮੋਹ ਪਾਈ ਬੈਠਾ ਰਿਹਾ, ਉਹ ਤਨ ਨਿਰਬਲ ਹੋਣਾ ਸ਼ੁਰੂ ਹੋ ਗਿਆ, ਮੰਜੇ ਤੇ ਪੈ ਗਿਆ ਤੇ ਇੱਕ ਦਿਨ ਸਿਵਿਆਂ ਦੇ ਵਿੱਚ ਸੜ ਕੇ ਖਾਕ ਹੋ ਗਿਆ। ਮਹਾਰਾਜ ਕਹਿੰਦੇ ਸਾਰੀ ਜ਼ਿੰਦਗੀ ਇਹਨੇ ਦੁਨੀਆ ਦੇ ਹਰ ਪਦਾਰਥ ਨਾਲ ਮੋਹ ਪਾਇਆ, ਪਰ ਜਿਸ ਪਰਮਾਤਮਾ ਨਾਲ ਪਿਆਰ ਪਾਉਣਾ ਇਹਦਾ ਮਕਸਦ ਸੀ, ਉਸ ਪਰਮਾਤਮਾ ਨੂੰ ਭੁਲਾਈ ਬੈਠਾ ਰਿਹਾ। ਬਿਰਥਾ ਕਾਹੇ ਗਵਾਵੋ। ਮਹਾਰਾਜ ਕਹਿੰਦੇ ਪਹਿਲੇ ਪਿਆਰ ਲੱਗਾ ਥਣ ਦੁੱਧ, ਦੂਜੇ ਮਾਏ ਬਾਪ ਕੀ ਸੁੱਧ, ਤੀਜੇ ਭਈਆ ਭਾਬੀ ਬੇਬ, ਚੌਥੇ ਪਿਆਰ ਉਪੰਨੀ ਖੇਡ, ਪੰਜਵੇਂ ਖਾਣ ਪੀਣ ਕੀ ਧਾਤ, ਛੇਵੇਂ ਕਾਮ ਨਾ ਪੁੱਛੇ ਜਾਤ, ਸਤਵੇਂ ਸਾਂਝ ਕੀਆ ਘਰ ਵਾਸ, ਅੱਠਵੇਂ ਕ੍ਰੋਧ ਹੁਆ ਤਨ ਨਾਸ, ਨਾਵੇਂ ਧੌਲੇ ਉੱਬੇ ਸਾਹ, ਦਸਵਾਂ ਦੱਦਾ ਹੁਆ ਸੁਆਹ, ਗਏ ਸੰਗੀਤ ਪੁਕਾਰੀ ਧਾਹ, ਉੱਡਿਆ ਹੰਸ ਦਸਾਏ ਰਾਹ, ਆਇਆ ਗਿਆ ਮੋਇਆ ਨਾਉ, ਪਿੱਛੇ ਪੱਤਲ ਸੱਦਿਓ ਕਾਵ, ਨਾਨਕ ਮਨਮੁਖ ਅੰਧ ਪਿਆਰ, ਬਾਜ ਗੁਰੂ ਡੁੱਬਾ ਸੰਸਾਰ, ਮਾਨਸ ਜਨਮ ਅਮੋਲਕ ਪਾਇਓ, ਬਿਰਥਾ ਕਾਹੇ ਗਵਾਵੋ। ਜਾਂ ਮਹਾਰਾਜ ਦਾ ਬਚਨ ਹੈ 10 ਬਾਲ ਤਨ। ਮਹਾਰਾਜ ਨੇ ਸਟੇਜਿਸ ਦੱਸੀਆਂ। ਮਹਾਰਾਜ ਕਹਿੰਦੇ 10 ਸਾਲਾਂ ਦਾ ਹੁੰਦਾ ਹੈ ਤੇ ਇਹ ਬੱਚਾ ਕਹਿਲਾਉਂਦਾ ਹੈ, ਇਹਨੂੰ ਬਚਪਨ ਕਹਿ ਦਿੰਦੇ ਨੇ। 10 ਬਾਲ ਤਨ, 20 ਰਵਣ, 20 ਸਾਲਾਂ ਦਾ ਹੁੰਦਾ ਹੈ ਤੇ ਕਾਮ ਚੇਸ਼ਟਾ ਇਹਦੇ ਤਨ ਦੇ ਵਿੱਚ ਆ ਜਾਂਦੀ ਹੈ, ਕਾਮੀ ਹੋ ਜਾਂਦਾ ਹੈ। 10 ਬਾਲ ਤਨ 20 ਰਵਣ, ਤੀਸਾ ਕਾ ਸੁੰਦਰ ਕਹਾਵੈ। 30 ਸਾਲ ਦੀ ਉਮਰ ਹੋਈ ਤੇ ਸੋਹਣਾ ਕਹਿਲਾਉਣ ਲੱਗ ਗਿਆ। 10 ਬਾਲ ਤਨ 20 ਰਵਣ, ਤੀਸਾ ਕਾ ਸੁੰਦਰ ਕਹਾਵੈ। 40 ਸੀ ਪਰ ਹੋਏ 85 ਪੱਗ ਖਿਸੈ, 60 ਕੇ ਬੁੱਢੇ ਪਾਵੈ। ਮਹਾਰਾਜ ਕਹਿੰਦੇ ਜਦੋਂ 40 ਦਾ ਹੋਇਆ ਤੇ ਭਰ ਜਵਾਨੀ ਚ ਆ ਗਿਆ। 40 ਸੀ ਪਰ ਹੋਏ 85 ਪੱਗ ਖਿਸੈ। 50 ਸਾਲਾਂ ਦਾ ਹੋਇਆ ਤੇ ਇਹਦੇ ਪੈਰ ਖਿਸਕਣ ਲੱਗ ਗਏ। 40 ਸੀ ਪਰ ਹੋਏ 85 ਪੱਗ ਖਿਸੈ, 60 ਕੇ ਬੁਢੇਪਾ ਆਵੈ। 60 ਸਾਲਾਂ ਦਾ ਹੋਇਆ ਤੇ ਬੁਢੇਪਾ ਆ ਗਿਆ। 70 ਕਾ ਮਤਹੀਨ, 80 ਕਾ ਵਿਵਹਾਰ ਨਾ ਪਾਵੈ। 70 ਸਾਲਾਂ ਦਾ ਹੋਇਆ ਤੇ ਮਤ ਗਵਾਚਣੀ ਸ਼ੁਰੂ ਹੋ ਗਈ ਤੇ 80 ਸਾਲਾਂ ਦਾ ਹੋਇਆ, ਹੁਣ ਇਹਨੂੰ ਕਿਵੇਂ ਵਿਵਹਾਰ ਕਰਨਾ ਹੈ, ਰਹਿਣਾ ਸਹਿਣਾ ਭੁੱਲ ਗਿਆ। 70 ਕਾ ਮਤਹੀਨ, 80 ਕਾ ਵਿਵਹਾਰ ਨਾ ਪਾਵੈ। 90 ਕਾ ਸਹਿਜਾਸਨੀ, ਮੂਲ ਨਾ ਜਾਣੈ ਅਪ ਬਲ। 90 ਸਾਲਾਂ ਦਾ ਹੋਇਆ ਤੇ ਹੁਣੇ ਮੰਜੇ ਤੋਂ ਉੱਠਣ ਜੋਗਾ ਨਹੀਂ ਰਿਹਾ। 90 ਕਾ ਸਹਿਜਾਸਨੀ, ਮੂਲ ਨਾ ਜਾਣੈ ਅਪ ਬਲ। ਢੰਡੋਲਮ ਢੂੰਡਮ ਡਿੱਠ ਮੈਂ, ਨਾਨਕ ਜਗ ਧੂਏ ਕਾ ਧੌਲ ਹਰ। ਮੈਂ ਦੇਖ ਲਿਆ, ਪਰਖ ਲਿਆ ਕਿ ਇਹ ਜਿਹੜਾ ਜੀਵਨ ਹੈ ਇਹ ਬਸ ਧੂਏ ਦੀ ਨਿਆਈ ਹੈ, ਕੋਈ ਪਤਾ ਨਹੀਂ ਕਦੋਂ ਇਹਨੇ ਬਿਨਸ ਜਾਣਾ ਹੈ। ਪਰ ਮਹਾਰਾਜ ਕਹਿੰਦੇ ਜੇ ਵਾਹਿਗੁਰੂ ਜੀ ਦੀ ਯਾਦ ਵਿੱਚ ਨਹੀਂ ਜੁੜਿਆ ਤੇ ਵਿਅਰਥ ਗਵਾ ਕੇ, ਜੀਵਨ ਨੂੰ ਵਿਅਰਥ ਗਵਾ ਕੇ ਚਲਾ ਗਿਆ। ਮਾਨਸ ਜਨਮ ਅਮੋਲਕ ਪਾਇਓ, ਬਿਰਥਾ ਕਾਹੇ ਗਵਾਵੋ। ਜੇ ਵਾਹਿਗੁਰੂ ਜੀ ਦੀ ਯਾਦ ਵਿੱਚ ਨਹੀਂ ਜੁੜੇ ਤਾਂ ਜੀਵਨ ਨੂੰ ਵਿਅਰਥ ਗਵਾ ਕੇ ਜਾ ਰਹੇ ਆ। ਧੰਨ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦਾ ਇੱਕ ਹੋਰ ਬਚਨ ਆਉਂਦਾ ਹੈ। ਸਤਿਗੁਰੂ ਜੀ ਕਹਿੰਦੇ ਗ੍ਰਹਿ ਰਚਨਾ ਅਪਾਰੰ। ਅਸੀਂ ਦੇਖੋ ਵੀ ਅਸੀਂ ਕਹਿ ਦਿੰਦੇ ਆ ਕਿ ਜਿਹੜਾ ਕੋਠੀਆਂ ਕਾਰਾਂ ਵਾਲਾ ਹੋ ਗਿਆ ਉਹਦਾ ਜੀਵਨ ਸਫਲ ਹੋ ਗਿਆ, ਜਿਹੜਾ ਅਫਸਰ ਬਣ ਗਿਆ ਜੀਵਨ ਸਫਲ ਹੋ ਗਿਆ। ਪਰ ਸਤਿਗੁਰੂ ਜੀ ਕਹਿੰਦੇ ਇਸ ਤਰ੍ਹਾਂ ਨਹੀਂ। ਗ੍ਰਹਿ ਰਚਨਾ ਅਪਾਰੰ, ਮਨ ਬਿਲਾਸ ਸਵਾਦੰ ਰਸ ਹੈ। ਕਦਾਂਚ ਨਹਿ ਸਿਮਰੰਤ ਨਾਨਕ, ਤੇ ਜੰਤ ਬਿਸਟਾ ਕ੍ਰਿਮ ਹੈ। ਮਹਾਰਾਜ ਕਹਿੰਦੇ ਇਹਦੇ ਕੋਲ ਸੋਹਣਾ ਮਕਾਨ ਹੋਵੇ, ਰਹਿਣ ਵਾਸਤੇ ਸੋਹਣੀ ਥਾਂ ਬਣਾਈ ਹੋਵੇ, ਰਸਾਂ ਕਸਾਂ ਨੂੰ ਭੋਗਦਾ ਹੋਵੇ, ਬੜੇ ਸਵਾਦ ਮਾਣਦਾ ਹੋਵੇ, ਪਰ ਮਹਾਰਾਜ ਕਹਿੰਦੇ ਇੱਕ ਖਿਣ ਵੀ ਜੇ ਇਹਨੇ ਵਾਹਿਗੁਰੂ ਜੀ ਨੂੰ ਯਾਦ ਨਹੀਂ ਕੀਤਾ ਤੇ ਮਹਾਰਾਜ ਕਹਿੰਦੇ ਇਹ ਗੰਦਗੀ ਦੇ ਕੀੜੇ ਦੇ ਵਰਗਾ ਹੈ। ਉਹ ਮਨੁੱਖ ਵੀ ਗੰਦਗੀ ਦਾ ਕੀੜਾ ਹੈ ਜਿਹੜਾ ਪਰਮਾਤਮਾ ਨੂੰ ਯਾਦ ਨਹੀਂ ਕਰਦਾ। ਗ੍ਰਹਿ ਰਚਨਾ ਅਪਾਰੰ, ਮਨ ਬਿਲਾਸ ਸਵਾਦੰ ਰਸ ਹੈ। ਕਦਾਂਚ ਨਹਿ ਸਿਮਰੰਤ ਨਾਨਕ, ਤੇ ਜੰਤ ਬਿਸਟਾ ਕ੍ਰਿਮ ਹੈ। ਮੁੱਚ ਅਡੰਬਰ ਹੱਬ ਕਿਹੋ, ਮੰਝ ਮੁਹੱਬਤ ਨੇਹ। ਸੋ ਸਾਈਂ ਜੈ ਵਿਸਰੈ, ਨਾਨਕ ਸੋ ਤਨ ਖੇਹ। ਜਿਹਨੂੰ ਪਰਮਾਤਮਾ ਵਿਸਰ ਗਿਆ, ਮਹਾਰਾਜ ਕਹਿੰਦੇ ਉਹ ਤਨ ਖੇਹ ਹੈ, ਉਹ ਤਨ ਮਿੱਟੀ ਹੈ। ਮਾਨਸ ਜਨਮ ਅਮੋਲਕ ਪਾਇਓ, ਬਿਰਥਾ ਕਾਹੇ ਗਵਾਵੋ। ਮਹਾਰਾਜ ਕਹਿੰਦੇ ਨੇ ਕਿ ਜੇ ਇਹ ਮਨੁੱਖਾ ਜਨਮ ਅਨਮੁੱਲਾ ਹੈ, ਪਰ ਵਾਹਿਗੁਰੂ ਜੀ ਦੀ ਯਾਦ ਵਿੱਚ ਨਹੀਂ ਜੁੜਿਆ ਤੇ ਵਿਅਰਥ ਗਵਾ ਕੇ ਜਾ ਰਿਹਾ ਹੈ। ਤਾਂ ਹੀ ਸਤਿਗੁਰਾਂ ਨੇ ਸਾਨੂੰ ਵਾਰ-ਵਾਰ ਸੁਚੇਤ ਕੀਤਾ। ਫਰੀਦਾ 4 ਗਵਾਇਆ ਹੰਡ ਕੈ,
ਚਾਰ ਗਵਾਇਆ ਸਮ, ਲੇਖਾ ਰੱਬ ਮੰਗੇਸੀਆ, ਤੂੰ ਆਹੋ ਕੇਰੇ ਕੰਮ, ਰੈਨ ਗਵਾਈ ਸੋਏ ਕੈ, ਦਿਵਸ ਗਵਾਇਆ ਖਾਏ, ਹੀਰੇ ਜੈਸਾ ਜਨਮ ਹੈ, ਕੌਡੀ ਬਦਲੇ ਜਾਏ, ਮਾਨਸ ਜਨਮ ਅਮੋਲਕ ਪਾਇਓ, ਬਿਰਥਾ ਕਾਹੇ ਗਵਾਵੋ। ਇਹ ਮਨੁੱਖਾ ਜਨਮ ਅਮੋਲਕ ਹੈ, ਪਰ ਬੰਦਾ ਜੇ ਪਰਮਾਤਮਾ ਦੀ ਯਾਦ ਭੁਲਾਈ ਬੈਠਾ ਹੈ ਤੇ ਮਹਾਰਾਜ ਕਹਿੰਦੇ ਵਿਅਰਥ ਗਵਾ ਰਿਹਾ ਹੈ। ਹੇ ਭਾਈ, ਤੂੰ ਆਪਣੇ ਇਸ ਅਮੋਲਕ ਜੀਵਨ ਨੂੰ ਵਿਅਰਥ ਕਿਉਂ ਗਵਾ ਰਿਹਾ ਹੈ? ਫਿਰ ਇਸ ਤੋਂ ਅਗਲੀ ਗੱਲ, ਸਤਿਗੁਰੂ ਜੀ ਇਹ ਜੀਵਨ ਵਿਅਰਥ ਨਾ ਜਾਵੇ ਤੇ ਫਿਰ ਕੀ ਕਰੀਏ? ਐਸਾ ਕੀ ਕਾਰਜ ਕਰੀਏ ਵੀ ਇਹ ਮਨੁੱਖਾ ਜਨਮ ਸਫਲਾ ਹੋ ਜਾਵੇ, ਵਿਅਰਥ ਨਾ ਜਾਵੇ? ਤੇ ਸਤਿਗੁਰੂ ਜੀ ਨੇ ਫਿਰ ਪਹਿਲੀ ਤੁਕ ਦੇ ਵਿੱਚ ਉਹ ਜਵਾਬ ਦਿੱਤਾ ਹੈ, ਸਾਧੋ ਗੋਬਿੰਦ ਕੇ ਗੁਣ ਗਾਵੋ। ਜੇ ਤੁਸੀਂ ਚਾਹੁੰਦੇ ਹੋ ਵੀ ਤੁਹਾਡਾ ਇਹ ਅਮੋਲਕ ਮਨੁੱਖਾ ਜਨਮ ਵਿਅਰਥਾ ਨਾ ਜਾਵੇ, ਬਿਰਥਾ ਨਾ ਜਾਵੇ, ਤਾਂ ਉਸ ਗੋਬਿੰਦ ਦੇ ਗੁਣ ਗਾਓ, ਉਸ ਵਾਹਿਗੁਰੂ ਜੀ ਦੇ ਸਦਾ ਗੁਣ ਗਾਓ। ਹੁਣ ਦੇਖੋ, ਹੋਰ ਗੁਰਬਾਣੀ ਦੇ ਪ੍ਰਮਾਣ ਲਈਏ। ਆਨੰਦ ਸਾਹਿਬ ਦੇ ਵਿੱਚ ਨਾ ਇੱਕ ਬਚਨ ਆਉਂਦਾ ਸਤਿਗੁਰੂ ਜੀ ਦਾ। ਮਹਾਰਾਜ ਕਹਿੰਦੇ, ਇਹ ਸਰੀਰਾ ਮੇਰਿਆ ਇਸ ਜਗ ਮੈਂ ਆਏ ਕੈ, ਕਿਆ ਤੁਧ ਕਰਮ ਕਮਾਇਆ। ਆਪਣੇ ਸਰੀਰ ਦੇ ਨਾਲ ਪੁੱਛਿਆ ਕਰੀਏ, ਇਹ ਮੇਰੇ ਸਰੀਰ, ਤੂੰ ਇਸ ਜਨਮ ਦੇ ਵਿੱਚ ਆ ਕੇ ਕੀ ਖੱਟਿਆ ਅਜੇ ਤੱਕ? ਕਿਹੋ ਜਿਹੇ ਕਰਮ ਕੀਤੇ? ਐਸਾ ਕੀ ਕੰਮ ਕੀਤਾ ਜਿਹਦੇ ਨਾਲ ਤੂੰ ਸਫਲ ਹੋ ਸਕੇ? ਤੂੰ ਉਹ ਸਾਰੇ ਕੰਮ ਕਰਦਾ ਰਿਹਾ ਜਿਹਦੇ ਕਰਕੇ ਇਹ ਜੀਵਨ ਵਿਅਰਥ ਜਾ ਰਿਹਾ ਹੈ। ਕੋਈ ਐਸਾ ਕੰਮ ਵੀ ਸੋਚ ਜਿਹਦੇ ਨਾਲ ਤੇਰਾ ਜੀਵਨ ਸਫਲ ਹੋ ਜਾਵੇ। ਇਹ ਸਰੀਰਾ ਮੇਰਿਆ ਇਸ ਜਗ ਮੈਂ ਆਏ ਕਹਿ, ਕਿਆ ਤੁਧ ਕਰਮ ਕਮਾਇਆ। ਕਿ ਕਰਮ ਕਮਾਇਆ ਤੁਧ ਸਰੀਰਾ, ਜਾ ਤੂੰ ਜਗ ਮੈਂ ਆਇਆ। ਜਿਨ ਹਰ ਤੇਰਾ ਰਚਨ ਰਚਿਆ, ਸੋ ਹਰ ਮਨ ਨਾ ਵਸਾਇਆ। ਗੁਰ ਪ੍ਰਸਾਦੀ ਹਰ ਮਨ ਵਸਿਆ, ਪੂਰਬ ਲਿਖਿਆ ਪਾਇਆ। ਕਹਿ ਨਾਨਕ ਇਹੋ ਸਰੀਰ ਪ੍ਰਵਾਨ ਹੋਆ। ਤੁਸੀਂ ਦੇਖੋ, ਜੇ ਵਾਹਿਗੁਰੂ ਜੀ ਦੀ ਯਾਦ ਵਿੱਚ ਨਹੀਂ ਜੁੜੇ ਤਾਂ ਮਹਾਰਾਜ ਕਹਿੰਦੇ ਵਿਅਰਥ ਗਵਾ ਰਿਹਾ। ਪਰ ਹੁਣ ਮਹਾਰਾਜ ਕਹਿੰਦੇ, ਕਹਿ ਨਾਨਕ ਇਹੋ ਸਰੀਰ ਪ੍ਰਵਾਨ ਹੋਆ। ਜਿਨ ਸਤਿਗੁਰ ਸਿਉ ਚਿਤ ਲਾਇਆ, ਉਹ ਸਰੀਰ ਪ੍ਰਵਾਨ ਹੈ ਜਿਨੇ ਸਤਿਗੁਰਾਂ ਨਾਲ ਆਪਣਾ ਚਿੱਤ ਜੋੜ ਲਿਆ ਹੈ। ਕਿਉਂਕਿ ਸਤਿਗੁਰਾਂ ਨਾਲ ਚਿੱਤ ਜੁੜੇਗਾ ਤੇ ਵਾਹਿਗੁਰੂ ਜੀ ਦੇ ਗੁਣ ਗਾਏ ਜਾਣੇ ਨੇ ਨਾ। ਜੇ ਸਤਿਗੁਰਾਂ ਨਾਲ ਚਿੱਤ ਹੀ ਨਹੀਂ ਜੋੜਿਆ ਤੇ ਵਾਹਿਗੁਰੂ ਜੀ ਦੇ ਗੁਣ ਕਿਵੇਂ ਗਾਏ ਜਾਣਗੇ? ਮਹਾਰਾਜ ਕਹਿੰਦੇ ਇਹੋ ਸਰੀਰ ਪ੍ਰਵਾਨ ਹੋਆ। ਕਹਿ ਨਾਨਕ ਇਹੋ ਸਰੀਰ ਪ੍ਰਵਾਨ ਹੋਆ, ਜਿਨ ਸਤਿਗੁਰ ਸਿਉ ਚਿਤ ਲਾਇਆ। ਜਿਨਨੇ ਸਤਿਗੁਰਾਂ ਦੇ ਚਰਨਾਂ ਨਾਲ ਚਿੱਤ ਜੋੜ ਲਿਆ, ਸਤਿਗੁਰੂ ਜੀ ਦੇ ਸ਼ਬਦ ਨਾਲ ਚਿੱਤ ਜੋੜ ਲਿਆ, ਸਤਿਗੁਰੂ ਜੀ ਦੀ ਸਿੱਖਿਆ ਨਾਲ ਚਿੱਤ ਜੋੜ ਲਿਆ ਤੇ ਸਤਿਗੁਰਾਂ ਦੇ ਚਰਨਾਂ ਵਿੱਚ ਚਿੱਤ ਜੋੜ ਕੇ ਵਾਹਿਗੁਰੂ ਜੀ ਦੇ ਗੁਣ ਗਾਉਂਦਾ ਹੈ, ਮਹਾਰਾਜ ਕਹਿੰਦੇ ਉਹੀ ਸਰੀਰ ਪ੍ਰਵਾਨ ਹੈ। ਇਸ ਕਰਕੇ ਮਹਾਰਾਜ ਕਹਿੰਦੇ, ਜੇ ਤੂੰ ਪ੍ਰਵਾਨ ਹੋਣਾ ਚਾਹੁੰਦਾ ਹੈ, ਵਾਹਿਗੁਰੂ ਜੀ ਦੇ ਗੁਣ ਗਾਓ। ਗੁਰਬਾਣੀ ਦੇ ਵਿੱਚ ਇੱਕ ਬਚਨ ਆਉਂਦਾ ਹੈ, ਤਿੱਥੈ ਤੂੰ ਸਮਰੱਥ ਜਿੱਥੈ ਕੋਏ ਨਾਹੇ, ਉਥੈ ਤੇਰੀ ਰੱਖ ਅਗਨੀ ਉਦਰ ਮਾਹੇ। ਸੁਣ ਕੇ ਜਮ ਕੇ ਦੂਤ ਨਾਏ ਤੇਰੇ ਛੱਡ ਜਾਹੇ, ਭੌਜਲ ਬਿਖਮ ਅਸਗਾਹੋ ਗੁਰ ਸਬਦੀ ਪਾਰ ਪਾਹੇ। ਜਿਨ ਕੋ ਲੱਗੀ ਪਿਆਸ ਅੰਮ੍ਰਿਤ ਸੇ ਖਾਹੇ। ਤੇ ਆ ਬਚਨ ਧਿਆਨ ਨਾਲ ਸੁਣਿਓ। ਮਹਾਰਾਜ ਕਹਿੰਦੇ, ਕਲ ਮਹਿ ਇਹੋ ਪੁੰਨ ਗੁਣ ਗੋਬਿੰਦ ਗਾਹੇ। ਇਸ ਕਲਯੁਗ ਦੇ ਵਿੱਚ ਸਭ ਤੋਂ ਵੱਡਾ ਪੁੰਨ ਕਰਮ ਇਹ ਹੈ ਕਿ ਉਸ ਵਾਹਿਗੁਰੂ ਜੀ ਦੇ ਗੁਣ ਗਾਓ। ਕਲ ਮਹਿ ਇਹੋ ਪੁੰਨ ਗੁਣ ਗੋਬਿੰਦ ਗਾਹੇ। ਤੇ ਮਹਾਰਾਜ ਕਹਿੰਦੇ, ਸਭ ਸੈ ਨੂੰ ਕਿਰਪਾਲ ਸੰਭਾਲੇ ਸਾਹੇ ਸਾਹੇ। ਬਿਰਥਾ ਕੋਏ ਨਾ ਜਾਏ, ਜੇ ਆਵੇ ਤੁਧ ਆਹੇ। ਮਹਾਰਾਜ ਕਹਿੰਦੇ, ਜੇ ਤੇਰੀ ਸਰਨੀ ਆ ਗਿਆ, ਜਿਹੜਾ ਵੀ ਆ ਗਿਆ, ਉਹ ਕੋਈ ਵੀ ਬੰਦਾ ਹੋਵੇ, ਉਹ ਵਿਅਰਥ ਨਹੀਂ ਜਾ ਸਕਦਾ। ਉਹਦਾ ਇਸ ਦੁਨੀਆ ਤੇ ਆਉਣਾ ਵਿਅਰਥ ਨਹੀਂ ਜਾਵੇਗਾ। ਹੇ ਸਤਿਗੁਰੂ ਜੀ, ਜਿੰਨੇ ਵੀ ਸੁਰਤ ਤੇਰੇ ਚਰਨਾਂ ਨਾਲ ਜੋੜ ਲਈ, ਉਹ ਵਿਅਰਥ ਨਹੀਂ ਹੋ ਸਕਦਾ। ਉਹਦਾ ਜੀਵਨ ਵਿਅਰਥ ਨਹੀਂ ਹੋ ਸਕਦਾ। ਮਹਾਰਾਜ ਕਹਿੰਦੇ ਨੇ, ਆਮ ਜਿਹੜੇ ਲੋਕ ਵਾਹਿਗੁਰੂ ਜੀ ਦੀ ਯਾਦ ਵਿੱਚ ਨਹੀਂ ਜੁੜੇ, ਉਹ ਤਾਂ ਜੀਵਨ ਵਿਅਰਥ ਗਵਾ ਰਹੇ ਨੇ। ਪਰ ਜਿਨ੍ਹਾਂ ਨੇ ਵਾਹਿਗੁਰੂ ਜੀ ਪਰਮਾਤਮਾ ਦੇ ਚਰਨਾਂ ਵਿੱਚ ਚਿੱਤ ਜੋੜ ਲਿਆ, ਉਹਦੇ ਗੁਣ ਗਾਏ, ਪਰਮਾਤਮਾ ਦੇ ਗੁਣ ਗਾਉਣ ਵਾਲਾ ਕਦੀ ਜੀਵਨ ਨੂੰ ਵਿਅਰਥ ਨਹੀਂ ਗਵਾ ਸਕਦਾ। ਕਿਉਂਕਿ ਪਰਮਾਤਮਾ ਦੇ ਗੁਣ ਗਾਉਣ ਵਾਲਾ ਪਰਮਾਤਮਾ 'ਚ ਹੀ ਅਭੇਦ ਹੋ ਜਾਂਦਾ ਹੈ। ਮਹਾਰਾਜ ਨੇ ਬਚਨ ਕੀਤਾ, ਜੈਸਾ ਸੇਵੈ ਤੈਸੋ ਹੋਏ। ਜਿਹੋ ਜੀ ਦੀ ਸੇਵਨਾ ਕਰਾਂਗੇ, ਜਿਹਦੇ ਗੁਣ ਗਾਵਾਂਗੇ, ਉਹਦੇ ਵਰਗੇ ਬਣ ਜਾਵਾਂਗੇ। ਕਿਉਂਕਿ ਇੱਥੇ ਇਹ ਸ਼ੰਕਾ ਨਹੀਂ ਕਰ ਲੈਣਾ ਕਿ ਇਹ ਪਰਮਾਤਮਾ ਚਾਹੁੰਦਾ ਵੀ ਅਸੀਂ ਉਹਦੇ ਗੁਣ ਗਾਈਏ। ਨਹੀਂ, ਪਰਮਾਤਮਾ ਨਹੀਂ ਚਾਹੁੰਦਾ ਵੀ ਮੇਰੇ ਕੋਈ ਗੁਣ ਗਾਵੇ। ਕਿਉਂਕਿ ਜੇ ਕੋਈ ਉਹਦੀ ਸਿਫਤ ਕਰੇ, ਉਹਨੇ ਵੱਡਾ ਨਹੀਂ ਹੋ ਜਾਣਾ। ਕੋਈ ਉਹਨੂੰ ਗਾਲਾਂ ਕੱਢੇ ਤੇ ਉਹਨੇ ਛੋਟਾ ਨਹੀਂ ਹੋ ਜਾਣਾ। ਪਰਮਾਤਮਾ ਨੂੰ ਕੋਈ ਫਰਕ ਨਹੀਂ ਪੈਣਾ। ਪਰ ਅਸੀਂ ਉਸ ਪਰਮਾਤਮਾ ਦੇ ਗੁਣਾਂ ਨੂੰ ਜੇ ਧਾਰਨ ਕਰਨਾ ਚਾਹੁੰਦੇ ਹਾਂ ਤਾਂ ਉਹਦੇ ਗੁਣ ਗਾਉਣੇ ਪੈਣੇ ਨੇ। ਕਿਉਂਕਿ ਇਹ ਕੁਦਰਤ ਦਾ ਨਿਯਮ ਹੈ ਕਿ ਜਿਹਨੂੰ ਚੇਤੇ ਕਰਾਂਗੇ, ਜਿਹਦੇ ਗੁਣ ਗਾਵਾਂਗੇ, ਜਿਹਨੂੰ ਵਾਰ-ਵਾਰ ਧਿਆਨ ਵਿੱਚ ਲੈ ਕੇ ਆਵਾਂਗੇ ਨਾ, ਫਿਰ ਉਹਦਾ ਅਸਰ ਸਾਡੇ ਤੇ ਹੁੰਦਾ ਹੈ।
ਉਹਦੇ ਗੁਣ ਸਾਡੇ 'ਚ ਵੀ ਆ ਜਾਂਦੇ ਜਾਂ ਉਹਦੇ ਔਗਣ ਆ ਜਾਂਦੇ ਨੇ। ਮੈਲੇ ਬੰਦੇ ਨੂੰ ਵਾਰ-ਵਾਰ ਧਿਆਨ 'ਚ ਲੈ ਕੇ ਜਾਵਾਂਗੇ, ਉਹਦੇ ਔਗਣ ਵੀ ਸਾਡੇ ਅੰਦਰ ਆ ਜਾਣਗੇ। ਪਰ ਜੇ ਪਰਮਾਤਮਾ ਦੇ ਗੁਣ ਵਾਰ-ਵਾਰ ਜੀਵਨ ਦੇ ਵਿੱਚ ਯਾਦ ਕਰਾਂਗੇ, ਧਿਆਨ 'ਚ ਲੈ ਕੇ ਆਵਾਂਗੇ, ਫਿਰ ਉਹਦਾ ਜੀਵਨ ਵੀ ਉਹਨਾਂ ਗੁਣਾਂ ਵਾਲਾ ਹੋ ਜਾਂਦਾ ਹੈ। ਮਹਾਰਾਜ ਨੇ ਬਚਨ ਕੀਤਾ, ਨਿਰਭਉ ਜਪੈ ਸਗਲ ਭਉ ਮਿਟੈ। ਜਿਹੜਾ ਨਿਰਭਉ ਨੂੰ ਜਪੇਗਾ, ਇਸ ਗੁਣ ਨੂੰ ਵਾਰ-ਵਾਰ ਹਿਰਦੇ 'ਚ ਧਾਰਨ ਕਰੇਗਾ, ਮਹਾਰਾਜ ਕਹਿੰਦੇ ਉਹਦੇ ਡਰ ਮੁੱਕ ਜਾਣਗੇ। ਜਿਨ ਨਿਰਭਉ ਜਿਨ ਹਰ ਨਿਰਭਉ ਧਿਆਇਆ ਜੀ, ਤਿਨ ਕਾ ਭਉ ਸਭ ਗਵਾਸੀ। ਤੋਂ ਪ੍ਰਮਾਤਮਾ ਦੇ ਗੁਣ ਗਾਉਣ ਵਾਲਾ ਪ੍ਰਮਾਤਮਾ 'ਚ ਅਭੇਦ ਹੋ ਜਾਂਦਾ ਹੈ, ਔਰ ਜਦੋਂ ਪ੍ਰਮਾਤਮਾ 'ਚ ਭੇਦ ਹੋ ਗਏ, ਜੀਵਨ ਸਫਲ ਹੋ ਗਿਆ। ਇਸ ਕਰਕੇ ਮਹਾਰਾਜ ਕਹਿੰਦੇ ਜੇ ਜੀਵਨ ਸਫਲ ਕਰਨਾ ਚਾਹੁੰਦੇ ਹੋ, ਸਾਧੋ ਗੋਬਿੰਦ ਕੇ ਗੁਣ ਗਾਵੋ। ਉਸ ਪ੍ਰਮਾਤਮਾ ਦੇ ਗੁਣ ਗਾਉਣਾ ਕਰੋ, ਕਿਉਂਕਿ ਹਰ ਕੀਰਤ ਸਾਧ ਸੰਗਤ ਹੈ, ਸਿਰ ਕਰਮਨ ਕੈ ਕਰਮਾ। ਇਸ ਦੁਨੀਆ ਦੇ ਵਿੱਚ ਸਾਰੇ ਕਰਮਾਂ ਤੋਂ ਸਿਰਮੌਰ ਕਰਮ ਹੈ ਉਸ ਪ੍ਰਮਾਤਮਾ ਦੀ ਕੀਰਤੀ ਕਰਨਾ, ਉਹਦੇ ਗੁਣ ਗਾਉਣਾ। ਤੋਂ ਅੱਜ ਆਪਾਂ ਇਹ 3 ਨੁਕਤੇ ਸਮਝੇ। ਪਹਿਲਾ ਕਿ ਮਨੁੱਖਾ ਜਨਮ ਬਹੁਤ ਅਮੋਲਕ ਹੈ, ਬੜਾ ਖਾਸ ਹੈ। ਦੂਜੀ ਗੱਲ, ਬਹੁਤੇ ਲੋਕ ਇਸ ਖਾਸ ਜਨਮ ਨੂੰ ਲੈ ਕੇ ਵੀ ਵਿਅਰਥ ਗਵਾ ਰਹੇ ਨੇ। ਤੇ ਤੀਜੀ ਗੱਲ, ਮਹਾਰਾਜ ਕਹਿੰਦੇ ਜੇ ਤੁਸੀਂ ਚਾਹੁੰਦੇ ਹੋ ਕਿ ਇਹ ਜੀਵਨ ਵਿਅਰਥ ਨਾ ਜਾਵੇ, ਫਿਰ ਉਸ ਪ੍ਰਮਾਤਮਾ ਦੇ ਗੁਣ ਗਾਉਣਾ ਕਰੋ। ਸਾਧੋ ਗੋਬਿੰਦ ਕੇ ਗੁਣ ਗਾਵੋ, ਹੇ ਸੰਤ ਜਨੋ ਉਹਦੇ ਗੁਣ ਗਾਓ। ਮਾਨਸ ਜਨਮ ਅਮੋਲਕ ਪਾਇਓ, ਬਿਰਥਾ ਕਾਹੇ ਗਵਾਵੋ। ਤੋ ਇਹ ਰਹਾਉ ਦੀ ਤੁਕ ਦੇ ਜਿਹੜੇ ਆਪਾਂ ਭਾਵ ਅਰਥ ਸਮਝੇ ਨੇ, ਆਓ ਹੁਣ ਅੱਖਰੀ ਅਰਥ ਕਰਾਂਗੇ। ਸਤਿਗੁਰੂ ਰਹਿਮਤ ਕਰਨ ਜਿੰਨੇ ਵੀ ਜੁੜ ਬੈਠੇ ਹਾਂ, ਆਓ ਆਪਣੀ ਰਸਨਾ ਨੂੰ ਪਵਿੱਤਰ ਕਰੀਏ ਔਰ ਰਸਨਾ ਤੋਂ ਉਚਾਰਨ ਕਰੀਏ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਵਾਹਿਗੁਰੂ ਸਾਹਿਬ ਜੀਓ। ਗੌੜੀ ਮਹੱਲਾ ਨਾਵਾਂ। ਗੌੜੀ ਰਾਗ ਦੇ ਅੰਦਰ ਧੰਨ ਗੁਰੂ ਤੇਗ ਬਹਾਦਰ ਮਹਾਰਾਜ ਜੀ ਫੁਰਮਾਨ ਕਰ ਰਹੇ ਹਨ, ਸਾਧੋ ਗੋਬਿੰਦ ਕੇ ਗੁਣ ਗਾਵੋ। ਸਤਿਗੁਰੂ ਗੁਰੂ ਤੇਗ ਬਹਾਦਰ ਮਹਾਰਾਜ ਬਖਸ਼ਿਸ਼ ਕਰਦੇ ਨੇ, ਹੇ ਸਾਧੋ, ਹੇ ਸੰਤ ਜਨੋ, ਹੇ ਭਲੇ ਪੁਰਸ਼ੋ, ਉਸ ਪਰਮਾਤਮਾ ਦੇ ਗੋਬਿੰਦ ਭਾਵ ਵਾਹਿਗੁਰੂ ਜੀ ਦੇ ਗੁਣ ਸਦਾ ਹੀ ਗਾਉਣਾ ਕਰੋ। ਮਾਨਸ ਜਨਮ ਅਮੋਲਕ ਪਾਇਓ, ਬਿਰਥਾ ਕਾਹੇ ਗਵਾਵੋ। ਮਹਾਰਾਜ ਕਹਿੰਦੇ ਇਹ ਮਾਨਸ ਜਨਮ ਜਿਹੜਾ ਇਹ ਮਨੁੱਖਾ ਜਨਮ ਹੈ, ਇਹ ਤੈਨੂੰ ਅਮੋਲਕ ਭਾਵ ਬੜਾ ਕੀਮਤੀ ਮਿਲਿਆ ਹੈ, ਇਹਦਾ ਕੋਈ ਮੁੱਲ ਨਹੀਂ, ਇਹ ਦੁਰਲੱਭ ਹੈ। ਬਿਰਥਾ ਕਾਹੇ ਗਵਾਵੋ, ਇਸ ਅਮੋਲਕ ਮਨੁੱਖਾ ਜਨਮ ਨੂੰ ਤੂੰ ਵਿਅਰਥ ਕਿਉਂ ਗਵਾ ਰਿਹਾ ਹੈ। ਰਹਾਉ। ਤੋ ਇਹ ਰਹਾਉ ਦੀ ਤੁਕ ਸੀ, ਇਹ ਕੇਂਦਰੀ ਭਾਵ ਸੀ ਇਸ ਸ਼ਬਦ ਦਾ। ਅੱਗੋਂ ਸਤਿਗੁਰੂ ਜੀ ਠਹਿਰਾਓ ਦੇ ਕੇ ਬਖਸ਼ਿਸ਼ ਕਰਦੇ ਹਨ, ਪਤਤ ਪੁਨੀਤ ਦੀਨ ਬੰਧ ਹਰ, ਸਰਨ ਤਾਹੇ ਤੁਮ ਆਵੋ। ਮਹਾਰਾਜ ਕਹਿੰਦੇ ਜਿਹੜਾ ਪ੍ਰਮਾਤਮਾ ਪਤਤ ਨੂੰ ਪੁਨੀਤ ਕਰਨ ਵਾਲਾ ਹੈ, ਵਕਾਰੀਆਂ ਨੂੰ ਪਵਿੱਤਰ ਕਰਨ ਵਾਲਾ ਹੈ, ਮੈਲਿਆਂ ਨੂੰ ਉਜਲਾ ਕਰਨ ਵਾਲਾ ਹੈ, ਜਿਨ੍ਹਾਂ ਦੇ ਅੰਦਰ ਬੜੇ ਵਿਕਾਰ ਨੇ ਉਹਨਾਂ ਦੇ ਵਿਕਾਰ ਧੋਣ ਵਾਲਾ ਹੈ। ਪਤਿਤ ਪੁਨੀਤ ਜਿਹੜਾ ਪਰਮਾਤਮਾ ਹੈ, ਗਰੀਬਾਂ ਦਾ ਬੰਧੂ, ਗਰੀਬਾਂ ਦਾ ਰਿਸ਼ਤੇਦਾਰ ਹੈ, ਉਸ ਪਰਮਾਤਮਾ ਦੀ ਸ਼ਰਨ ਤੁਸੀਂ ਆਉਣਾ ਕਰੋ। ਸਰਨ ਤਾਹੇ ਤੁਮ ਆਵੋ, ਜਿਹੜਾ ਪਰਮਾਤਮਾ ਮੈਲਿਆਂ ਨੂੰ ਵੀ ਪਵਿੱਤਰ ਕਰ ਦਿੰਦਾ ਏ। ਹੇ ਭਾਈ, ਆਓ ਉਸ ਪਰਮਾਤਮਾ ਦੀ ਸ਼ਰਨੀ ਆਈਏ। ਗਜ ਕੋ ਤਰਾਸ ਮਿਟਿਓ ਜਿਹ ਸਿਮਰਤ, ਤੁਮ ਕਾਹੇ ਬਿਸਰਾਵੋ। ਮਹਾਰਾਜ ਨੇ ਫਿਰ ਇੱਕ ਉਦਾਹਰਣ ਦੇ ਕੇ ਗੱਲ ਸਮਝਾਈ ਕਿ ਜਿਵੇਂ ਹਾਥੀ ਨੇ ਜਦੋਂ ਉਸ ਪਰਮਾਤਮਾ ਨੂੰ ਚੇਤੇ ਕੀਤਾ ਤਾਂ ਉਹਦਾ ਵੀ ਡਰ ਮੁੱਕ ਗਿਆ। ਆਪਾਂ ਜਾਣਦੇ ਸਾਰਿਆਂ ਨੇ, ਤੁਸੀਂ ਸੁਣੀ ਹੋਵੇਗੀ, ਤੇਂਦੂਆ ਗੱਜ ਨੂੰ ਪਕੜਦਾ ਹੈ, ਫਿਰ ਉਹ ਜਿਹੜਾ ਗੱਜ ਹੈ, ਹਾਥੀ ਹੈ, ਪਰਮਾਤਮਾ ਨੂੰ ਚੇਤੇ ਕਰਦਾ ਹੈ ਤੇ ਉਹਦਾ ਡਰ ਮੁੱਕ ਜਾਂਦਾ ਹੈ, ਉਹਦਾ ਦੁੱਖ ਕਸ਼ਟ ਕੱਟਿਆ ਜਾਂਦਾ ਹੈ। ਮਹਾਰਾਜ ਕਹਿੰਦੇ ਜੇ ਪਰਮਾਤਮਾ ਨੂੰ ਸਿਮਰਦਿਆਂ, ਪਰਮਾਤਮਾ ਦਾ ਸਿਮਰਨ ਕਰਕੇ ਜਿਹੜਾ ਗੱਜ ਹੈ, ਹਾਥੀ ਦਾ ਵੀ ਡਰ ਮੁੱਕ ਗਿਆ। ਹੇ ਮਨੁੱਖ, ਤੂੰ ਉਸ ਪਰਮਾਤਮਾ ਨੂੰ ਕਿਉਂ ਵਿਸਾਰਦਾ ਪਿਆ ਹੈ? ਤੁਮ ਕਾਹੇ ਬਿਸਰਾਵੋ, ਤੂੰ ਉਹਨੂੰ ਕਿਉਂ ਵਿਸਾਰਦਾ ਪਿਆ ਹੈ? ਤੂੰ ਵੀ ਉਸ ਪਰਮਾਤਮਾ ਨੂੰ ਚੇਤੇ ਕਰ, ਉਹ ਪਰਮਾਤਮਾ ਤੇਰੇ ਵੀ ਔਗਣ ਦੂਰ ਕਰੇਗਾ, ਉਹ ਪਰਮਾਤਮਾ ਤੇਰਾ ਵੀ ਡਰ ਦੂਰ ਕਰੇਗਾ। ਤੂੰ ਉਸ ਪਰਮਾਤਮਾ ਨੂੰ ਕਿਉਂ ਵਿਸਾਰਦਾ ਹੈ? ਤਜ ਅਭਿਮਾਨ ਮੋਹ ਮਾਇਆ ਫੁਨ, ਭਜਨ ਰਾਮ ਚਿਤ ਲਾਵੋ। ਮਹਾਰਾਜ ਕਹਿੰਦੇ, ਹੇ ਭਾਈ, ਤਜ ਅਭਿਮਾਨ, ਆਪਣੇ ਅਹੰਕਾਰ ਨੂੰ ਤਜ ਦੇ,
ਆਪਣੇ ਹੰਕਾਰ ਨੂੰ ਤਜ ਦੇ, ਛੱਡ ਦੇ, ਤਿਆਗ ਕਰ ਦੇ। ਮੋਹ ਮਾਇਆ ਫੁਨ, ਤੇ ਜਿਹੜਾ ਤੇਰਾ ਮਨ ਜਿਹੜਾ ਹੈ ਉਹ ਮਾਇਆ ਦੇ ਮੋਹ ਵਿੱਚ ਡੁੱਬਿਆ ਪਿਆ ਹੈ, ਉਸ ਮਾਇਆ ਦੇ ਮੋਹ ਨੂੰ ਵੀ ਤਿਆਗ ਦੇ। ਭਜਨ ਰਾਮ ਚਿੱਤ ਲਾਵੋ, ਤੇ ਆਪਣਾ ਚਿੱਤ ਜਿਹੜਾ ਹੈ ਉਸ ਪਰਮਾਤਮਾ ਦੇ ਭਜਨ, ਉਹਦੇ ਗੁਣਾਂ ਵੱਲ, ਉਹਦੀ ਬਖਸ਼ਿਸ਼ ਵੱਲ ਲਾ। ਉਸ ਪਰਮਾਤਮਾ ਦੇ ਚਰਨਾਂ ਦੇ ਨਾਲ ਆਪਣਾ ਚਿੱਤ ਜੋੜ। ਨਾਨਕ ਕਹਿਤ ਮੁਕਤ ਪੰਥ ਇਹੋ, ਗੁਰਮੁਖ ਹੋਏ ਤੁਮ ਪਾਵੋ। ਤੇ ਸਤਿਗੁਰੂ ਗੁਰੂ ਤੇਗ ਬਹਾਦਰ ਮਹਾਰਾਜ ਜੀ ਕਹਿੰਦੇ ਨੇ, ਨਾਨਕ ਕਹਿਤ ਮੁਕਤ ਪੰਥ ਇਹੋ, ਇਹੀ ਪੰਥ, ਇਹੀ ਰਸਤਾ ਹੈ ਵਕਾਰਾਂ ਤੋਂ ਖਲਾਸੀ ਪਾਉਣ ਦਾ, ਜੰਮਣ ਤੇ ਮਰਨ ਤੋਂ ਖਲਾਸੀ ਪਾਉਣ ਦਾ, ਮੁਕਤੀ ਲੈਣ ਦਾ। ਨਾਨਕ ਕਹਿਤ ਮੁਕਤ ਪੰਥ ਇਹੋ, ਗੁਰਮੁਖ ਹੋਏ ਤੁਮ ਪਾਵੋ। ਤੇ ਇਹ ਰਸਤਾ ਜਿਹੜਾ ਹੈ ਫਿਰ ਗੁਰੂ ਦੇ ਸਨਮੁਖ ਹੋਇਆ, ਗੁਰੂ ਦੀ ਸ਼ਰਨੀ ਆਇਆ ਹੀ ਪਾ ਸਕਦੇ ਹਾਂ। ਕਿਹੜਾ ਰਸਤਾ? ਪਰਮਾਤਮਾ ਦੇ ਗੁਣ ਗਾਉਣ ਵਾਲਾ ਰਸਤਾ, ਪਰਮਾਤਮਾ ਦੇ ਗੁਣ ਗਾ ਗਾ ਕੇ ਅਹੰਕਾਰ ਛੱਡਣ ਵਾਲਾ ਰਸਤਾ, ਮਾਇਆ ਦਾ ਮੋਹ ਛੱਡਣ ਵਾਲਾ ਰਸਤਾ, ਵਕਾਰਾਂ ਨੂੰ ਛੱਡਣ ਵਾਲਾ ਰਸਤਾ, ਔਰ ਵਾਹਿਗੁਰੂ ਜੀ ਦੇ ਗੁਣ ਗਾਉਣ ਵਾਲਾ ਰਸਤਾ ਤਾਂ ਹੀ ਮਿਲ ਸਕਦਾ ਹੈ ਜੇ ਸਤਿਗੁਰੂ ਜੀ ਦੀ ਸ਼ਰਨੀ ਆਵਾਂਗੇ, ਜੇ ਗੁਰੂ ਦੇ ਸਨਮੁਖ ਹੋਵਾਂਗੇ। ਨਾਨਕ ਕਹਿਤ ਮੁਕਤ ਪੰਥ ਇਹੋ, ਗੁਰਮੁਖ ਹੋਏ ਤੁਮ ਪਾਵੋ। ਤੋ ਇਹ ਬਚਨ ਸਤਿਗੁਰੂ ਗੁਰੂ ਤੇਗ ਬਹਾਦਰ ਮਹਾਰਾਜ ਜੀ ਨੇ ਬਖਸ਼ਿਸ਼ ਕੀਤਾ ਹੈ। ਸੋ ਸਾਧ ਸੰਗਤ, ਅੱਜ ਇਹ ਵਿਚਾਰ ਕਰਦੇ ਹਾਂ, ਬੜੀਆਂ ਤਰੁੱਟੀਆਂ ਰਹਿ ਗਈਆਂ ਨੇ, ਬੜੀਆਂ ਭੁੱਲਾਂ ਹੋਈਆਂ ਨੇ, ਆਪ ਬਖਸ਼ਣਯੋਗ ਹੋ, ਬਖਸ਼ ਲੈਣਾ। ਤੇ ਹੇ ਮੇਰੇ ਸਤਿਗੁਰੂ, ਮੇਰੀਆਂ ਅਨੇਕਾਂ ਹੀ ਭੁੱਲਾਂ ਨੂੰ ਬਖਸ਼ ਕੇ ਐਸੀ ਸਮੱਤ ਬਖਸ਼ੋ ਕਿ ਇਸ ਸਮੱਤ ਦੇ ਨੂੰ ਅਧੀਨ ਚੱਲਦਿਆਂ ਇਹ ਮਨ ਸਦਾ ਆਪ ਜੀ ਦੇ ਗੁਣ ਗਾਉਂਦਾ ਰਵੇ। ਸਾਨੂੰ ਵੀ ਕਿਤੇ ਇਹ ਰਸਤਾ ਬਖਸ਼ੋ ਤਾਂ ਕਿ ਅਸੀਂ ਵੀ ਤੇਰੇ ਸਦਾ ਗੁਣ ਗਾਉਂਦੇ ਰਹੀਏ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।